ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ। ਬੇਖਮ ਮਾਰਗ ਚੱਲਣਾ, ਭਗਤਾਂ ਕੀ ਚਾਲ ਨਿਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਸ੍ਰੀ ਆਨੰਦ ਸਾਹਿਬ ਗੁਰਬਾਣੀ ਦੀਆਂ 13 ਪੌੜੀਆਂ ਦੀ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਆਓ 14ਵੀਂ ਪੌੜੀ ਦੇ ਨਾਲ ਜੁੜੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭਗਤਾਂ ਕੀ ਚਾਲ ਨਿਰਾਲੀ, ਪ੍ਰਭੂ ਦੀ ਭਗਤੀ ਕਰਨ ਵਾਲੇ ਪੁਰਖਾਂ ਦੀ ਜੋ ਚਾਲ ਮਰਿਆਦਾ ਹੈ ਉਹ ਸੰਸਾਰ ਨਾਲੋਂ ਵੱਖਰੀ ਅਸੰਗ ਹੁੰਦੀ ਹੈ, ਕਿਉਂਕਿ ਉਹਨਾਂ ਨੇ ਨਾਮ ਜਪਣਾ ਹੋਇਆ। ਸੰਸਾਰੀ ਪੁਰਖਾਂ ਨੇ ਪੈਸਾ ਕਮਾਉਣਾ ਹੋਇਆ। ਜਿਵੇਂ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹੀ ਪਿਤਾ ਬਾਬਾ ਕਲਿਆਣ ਚੰਦ ਜੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ, ਦੁਖੀ ਕੀਤਾ। ਕਦੀ ਕਹਿੰਦੇ ਇੰਝ ਕਰੋ, ਕਦੀ ਕਹਿੰਦੇ ਉਂਝ ਕਰੋ। ਪਰ ਗੁਰੂ ਸਾਹਿਬ ਜੀ ਦਾ ਮਨ ਪ੍ਰਭੂ ਭਗਤੀ ਤੋਂ ਬਗੈਰ ਕਿਸੇ ਦੁਨਿਆਵੀ ਕਾਰੋਬਾਰ ਵਿੱਚ ਨਾ ਲੱਗਦਾ। ਪਿਤਾ ਜੀ ਨੇ ਗੋਪਾਲ ਪੰਥ ਦੇ ਪਾਸ ਪੰਜਾਬੀ ਪੜ੍ਹਨ, ਹਿਸਾਬ ਕਿਤਾਬ ਪੜ੍ਹਨ ਵਾਸਤੇ ਭੇਜਿਆ। ਪਹਿਲੇ ਦਿਨ ਪੜ੍ਹੇ, ਦੂਸਰੇ ਦਿਨ ਉਪਦੇਸ਼ ਦਿੱਤਾ ਕਿ ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਇੰਝ ਕਹਿ ਕੇ ਉਹਨੂੰ ਪੜ੍ਹਾ ਕੇ ਘਰ ਨੂੰ ਤੋਰਾਏ। ਫਿਰ ਨੂਰਦੀਨ ਕਾਜੀ ਪਾਸ ਮੁੱਲਾਂ ਦੇ ਪਾਸ ਫਾਰਸੀ ਪੜ੍ਹਨ ਭੇਜਿਆ। ਉਹਨੂੰ ਪਹਿਲੇ ਦਿਨ ਹੀ ਜਾਂ ਕਰਜ ਗੁਪਤੋਂ ਪੇਸਤੋ ਵਾਲਾ ਸ਼ਬਦ ਉਚਾਰ ਕੇ ਆਪਦੇ ਘਰ ਆ ਗਏ। ਮੱਝਾਂ ਚਾਰਨ ਲਈ ਭੇਜਿਆ। ਉਹ ਖੇਤ ਵਿੱਚ ਵਾੜ ਕੇ ਆਪ ਸਮਾਧੀ ਲੀਨ ਹੋ ਗਏ। ਕਿਸਾਨ ਨੂੰ ਜਾਪਿਆ ਕਿ ਮੇਰਾ ਖੇਤ ਉਜੜ ਗਿਆ ਹੈ, ਪਰ ਜਦ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਗਈ, ਗੁਰੂ ਜੀ ਦੀ ਪੇਸ਼ੀ ਪਈ। ਮਹਾਰਾਜ ਕਹਿੰਦੇ ਖੇਤ ਵੇਖੋ ਤਾਂ ਸਹੀ ਜਾ ਕੇ। ਜਦ ਵੇਖਿਆ ਤੇ ਉਹ ਹਰਿਆ ਭਰਿਆ ਸੀ। ਰਾਏ ਬੁਲਾਰ ਵੀ ਸ਼ਰਧਾਲੂ ਬਣ ਗਿਆ। ਇੰਝ ਫਿਰ 20 ਰੁਪਈਆਂ ਦਾ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਤਾਂ ਮਹਾਰਾਜ ਨੇ ਸਾਧੂਆਂ ਨੂੰ ਲੰਗਰ ਛਕਾ ਕੇ ਸਤਿਨਾਮ ਵਾਹਿਗੁਰੂ ਕਰ ਛੱਡਿਆ। ਪਿਤਾ ਜੀ ਨੇ ਤਾੜਨਾ ਕੀਤੀ, ਪਰ ਗੁਰੂ ਮਹਾਰਾਜ ਜੀ ਦਾ ਚਿੱਤ ਕਿਸੇ ਵੀ ਦੁਨਿਆਵੀ ਕਾਰੋਬਾਰ ਵਿੱਚ ਪ੍ਰਵਿਰਤ ਨਹੀਂ ਹੋਇਆ। ਆਖਰ ਘਰ ਛੱਡ ਕੇ ਬੇਬੇ ਨਾਨਕੀ ਭੈਣ ਜੀ ਦੇ ਪਾਸ ਆਉਣਾ ਪਿਆ। ਉਹ ਤਾਂ ਆਪਦੀ ਮਰਜ਼ੀ ਨਾਲ ਮੋਦੀਖਾਨੇ ਦੀ ਕਾਰ ਲਈ ਤਾਂ ਸਹੀ, ਪਰ ਉੱਥੇ ਵੀ ਧੀਰਾਂ ਕਰਕੇ ਗਰੀਬਾਂ ਦੀਆਂ ਹੀ ਝੋਲੀਆਂ ਭਰੀਆਂ। ਫਿਰ ਸੀਮਤ ਸਮੇਂ ਲਈ ਅਤੇ ਉਹ ਵੀ ਕਾਰੋਬਾਰ ਕਰਕੇ ਉਹਨੂੰ ਵੀ ਤਿਆਗ ਦਿੱਤਾ। ਫਿਰ ਪੱਕਾ ਹੀ ਕਮਰ ਕੱਸਾ ਲਾ ਲਿਆ। ਚੜ੍ਹਿਆ ਸੋਧਨ ਧਰਤ ਲੁਕਾਈ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ।
ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਉਂ ਸਭ ਧਰਤੀ ਦਾ ਚੱਕਰ ਲਗਾਇਆ। ਜੀਤੀ ਨੌਖਣ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ ਵਾਹਿਗੁਰੂ ਦਾ ਪ੍ਰਚਾਰ ਕੀਤਾ। ਫਿਰ ਪਿਛਲੀ ਉਮਰੇ ਕਰਤਾਰਪੁਰ ਸਾਹਿਬ ਦੇ ਵਿੱਚ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਉੱਥੇ ਨਿਵਾਸ ਕੀਤਾ। ਖੇਤੀ ਕੀਤੀ ਤਾਂ ਸਹੀ, ਕਿਰਤ ਕਰਨ ਦੀ ਜਾਚ ਤਾਂ ਸਿਖਾਈ, ਪਰ ਉਹਦੇ ਪਿੱਛੇ ਲਾਲਚ ਨਾ ਹੋਵੇ ਇਹ ਵੀ ਸਿਖਾਇਆ। ਖਲਵਾੜੀਆਂ ਨੂੰ ਅੱਗ ਲਗਾ ਦਿੱਤੀ ਜਾਂ ਖੇਤੀ ਤੋਂ ਗੁਰੂ ਕਾ ਲੰਗਰ ਚਲਾਇਆ। ਕੋਈ ਵੇਚ ਵੱਟ ਕੇ ਪੈਸੇ ਦੀ ਕਮਾਈ ਨਹੀਂ ਕੀਤੀ। ਮਤਲਬ ਕਿਸੇ ਵੀ ਕਾਰੋਬਾਰ ਨੂੰ ਕਮਾਈ ਦਾ ਸਾਧਨ ਨਹੀਂ ਬਣਾਇਆ। ਆਪ ਤੋਂ ਮਾਇਆ ਨੂੰ 12 ਕੋਹ ਦੂਰ ਰੱਖਿਆ। ਭਗਤਾਂ ਦੇ ਸ਼੍ਰੋਮਣੀ ਗੁਰੂ ਸਾਹਿਬ ਬਣ ਕੇ ਦਿਖਾਇਆ। ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ, ਕਹੋ ਕਬੀਰ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਸੋ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸकी सेवा ਜੋ ਕਰੇ ਤਿਸੀ ਕੋ ਫਿਰ ਖਾਏ। नाको काटी कानो काटी काट कूट के डारी, कहो कबीर संतन की बैरन तीन लोक की प्यारी। इउं भगतां ने भी त्यागिया ते सतगुरु जी भगतां दे गुरु बन के दिखाया। महाराज ने 12 को आप तो दूर रखिया। 6वें पातशाह श्री गुरु अंगद देव जी महाराज 6 महीने किसी नाल बोले ही नहीं, दर्शन ही नहीं दिते, अंदर वड़ के बंदगी करते रहे। यही चाल निराली है। 6 महीनों बाद बाबा बुढ़ा साहब जी की बेनती करन तो जब संगतां नूं दर्शन दिते तो ये प्यार ते वैराग का शब्द उचारिया। महला दूजा, जिस प्यारे स्यों ने हो तिस आगे मर चलिए, त्रिग जीवन संसार ताके पाछे जीवना। गुरु का लंगर चलाया, बच्चियां नूं गुरमुखी अखर पढ़ाए, निरस्वार्थ निरलालच। जो भी कुछ दुध आदि आउंदा ਉਹਦੀ खीर बना के लंगर ਵਿੱਚ ਵਰਤਾਉਂਦੇ ਰਹੇ। ਉਹ खीर ਦਾ ਜ਼ਿਕਰ ਰਾਏ ਬਲਵੰਡ ਸੱਤੇ ਡੂਮ ਨੇ ਆਪ ਦੀ ਵਾਰ ਵਿੱਚ ਕੀਤਾ ਹੈ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਜਿਹੜਾ ਰਾਤ ਨੂੰ ਦੁੱਧ ਆਉਂਦਾ ਤਾਂ ਦਹੀਂ ਜਮਾ ਕੇ ਸਵੇਰੇ ਘਿਓ ਬਣਾ ਕੇ ਉਹ ਵੀ ਖੀਰ 'ਚ ਹੀ ਪਾ ਦਿੱਤਾ ਜਾਂਦਾ। ਜਿਹੜਾ ਸਵੇਰੇ ਦੁੱਧ ਆਉਂਦਾ ਉਹਦੀ ਖੀਰ ਬਣਾ ਦਿੱਤੀ ਜਾਂਦੀ। ਇੰਜ ਮਹਾਰਾਜ ਨੇ ਆਪ ਤੋਂ 6 ਕੋ ਮਾਇਆ ਨੂੰ ਦੂਰ ਰੱਖਿਆ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਮਰਿਆਦਾ ਵੀ ਸੰਸਾਰ ਨਾਲੋਂ ਵੱਖਰੀ। ਦਰਵਾਜ਼ੇ ਅੱਗੇ ਸੋ ਖੜੇ ਗੱਡਿਆਂ ਦੀ ਲਾਈਨ, ਗੁਰਮੁਖ ਪਿਆਰੇ ਬੇਨਤੀ ਕਰਦੇ ਰਹਿੰਦੇ, ਪਰ ਮਹਾਰਾਜ ਇੱਕ ਦਿਨ ਦੇ ਪੱਕਣ ਦੀ ਰਸਤ ਲੈਂਦੇ। 2 ਚੋਲੇ ਧੋ ਲਿਆ, ਕਪਾ ਲਿਆ, 4 ਭਾਂਡੇ ਤੇ ਕੋਈ ਵੀ ਜਿੰਦਰਾ ਕੁੰਡੀ, ਕੋਈ ਸਟੋਰ ਆਦਿਕ ਨਹੀਂ, ਕੋਈ ਘਰ-ਬਾਰ ਦੇ ਵਿੱਚ ਕਿਸੇ ਪ੍ਰਕਾਰ ਦੀ ਜਮ੍ਹਾਖੋਰੀ ਨਹੀਂ। ਸੋ ਮਾਇਆ ਨਾਲ ਮੱਥਾ ਨਾ ਟਿਕਾਉਂਦੇ, ਜੋ ਕੁਛ ਆਉਂਦਾ ਸੋ ਵਰਤਾਈ ਜਾਂਦੇ। ਇਹੀ ਮਰਿਆਦਾ ਵੱਖਰੀ ਹੈ। ਧੰਨ ਗੁਰੂ ਰਾਮਦਾਸ ਨੇ ਮਾਇਆ ਨੂੰ ਚਰਨੀ ਤਾਂ ਲਾਇਆ, ਪਰ ਅੱਜ ਤੱਕ ਵੀ ਸੋ ਗੁਰੂ ਸਾਹਿਬ ਜੀ ਨੇ ਉਹਦੇ ਨਾਲ ਮੋਹ ਨਹੀਂ ਕੀਤਾ। ਸਭ ਸੰਗਤਾਂ ਹੀ ਲਿਆਉਂਦੀਆਂ ਅਤੇ ਸੰਗਤਾਂ ਹੀ ਸਾਂਭਦੀਆਂ, ਸੰਗਤਾਂ ਵਿੱਚ ਹੀ ਵਰਤਾਇਆ ਜਾਂਦਾ ਹੈ। ਤੋ ਇਸ ਲਈ ਗੁਰੂ ਜੀ ਦੇ ਜੋ ਗੁਰਸਿੱਖ ਹੋਏ ਨੇ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਪੈਸੇ ਕਮਾਉਣ ਦੇ ਚੱਕਰ 'ਚ ਨਹੀਂ ਪਏ, ਗੁਰੂ ਘਰ ਆ ਕੇ ਸਿੱਖੀ ਕਮਾਈ ਹੈ। 5 ਪ੍ਰਕਾਰ ਦੀ ਸਿੱਖੀ, ਭੇਖ ਦੀ, ਵੇਖਾ ਵੇਖੀ ਦੀ, ਹਿਰਸ ਦੀ, ਲਾਲਚ ਦੀ ਸਿੱਖੀ ਨੂੰ ਤਿਆਗ ਕੇ 2 ਪ੍ਰਕਾਰ ਦੀ ਸਿੱਖੀ, ਭਾਵਨਾ ਦੀ, ਸਿਦਕ ਦੀ ਸਿੱਖੀ ਨੂੰ ਕਮਾਉਣਾ ਕੀਤਾ। ਇੰਜ ਮਹਾਰਾਜ ਕਹਿੰਦੇ ਨੇ ਜਿਹੜੇ ਭਗਤ ਭਗਤੀ ਕਰਨ ਵਾਲੇ ਗੁਰਮੁਖ ਨੇ ਉਹਨਾਂ ਦੀ ਮਰਿਆਦਾ ਭਾਈ ਮਹਾਂ ਸਿੰਘ, ਜਿਨ੍ਹਾਂ ਮੁਕਤਸਰ ਸਾਹਿਬ ਵਿਖੇ ਸਿੰਘਾਂ ਸਮੇਤ ਸ਼ਹੀਦੀ ਪਾ ਕੇ ਮਾਝੇ ਦੀ ਟੁੱਟੀ ਸਿੱਖੀ ਨੂੰ ਗੰਢਾਇਆ। ਐਸੇ ਗੁਰਮੁਖਾਂ ਦੀ ਮਰਿਆਦਾ ਸੰਸਾਰ ਨਾਲੋਂ ਵੱਖਰੀ ਅਸੰਗ ਹੈ। ਚਾਲਾ ਨਿਰਾਲੀ ਭਗਤਾਂ ਹਕੇਰੀ। ਭਗਤਾਂ ਦੀ ਜੋ ਮਰਿਆਦਾ ਹੈ
ਇਹ ਵੱਖਰੀ ਹੈ, ਅਸੰਗ ਹੈ। ਵੇਖਮ ਮਾਰਗ ਚੱਲਣਾ, ਕਿਉਂਕਿ ਉਹਨਾਂ ਨੇ ਭਗਤੀ ਤੇ ਗਿਆਨ ਰੂਪੀ ਕਠਿਨ ਰਸਤੇ ਉੱਤੇ ਤੁਰਨਾ ਕੀਤਾ ਹੈ। ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਭਗਤ ਜਨ ਖਾਣ ਦਾ ਲੱਭ ਨਹੀਂ ਕਰਦੇ। ਆਪਾਂ ਖਾਣ ਤੇ ਮਰ ਜਾਂਦੇ ਆ, ਅਖੇ ਜੀ ਮੁਫਤ ਦੀ ਮਿਲ ਗਈ ਜਾਂ ਬਦੋ ਬਦੀ ਪਿਆ ਦਿੱਤੀ। ਮਤਲਬ ਨਾ ਖਾਣ ਵਾਲੀ ਪੀਣ ਵਾਲੀ ਚੀਜ਼ ਵੀ ਵੇਖਿਆ ਵੀ ਬਿਨਾਂ ਪੈਸੇ ਤੋਂ ਮਿਲ ਰਹੀ ਹੈ, ਮਰਯਾਦਾ ਦਾ ਤਿਆਗ ਕਰ ਦੇਣਾ। ਇੰਝ ਸੋ ਜਿਹਦੇ ਤੋਂ ਗੁਰੂ ਸਾਹਿਬ ਨੇ ਰੋਕਿਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਮਾਸ ਮੱਛੀ ਆਦਿਕ ਦਾ ਖਾਣਾ ਖੁਸ਼ੀ ਦੇ ਸਹਿਤ ਖਰਾਬ ਕਰਨੇ ਵਾਲਾ ਹੈ। ਆ ਜਿਹੜਾ ਕਰੋਨਾ ਹੈ ਮੱਛੀ ਮੰਡੀ ਤੋਂ ਹੀ ਚੱਲਿਆ। ਤੋ ਇਸ ਤਰੀਕੇ ਦੇ ਨਾਲ ਬਿਮਾਰੀਆਂ ਦਾ ਘਰ ਹੈ। ਕਿਸੇ ਵੀ ਵੈਦ ਹਕੀਮ ਡਾਕਟਰ ਦੇ ਪਾਸੋਂ ਆਪਾਂ ਦਵਾਈ ਲੈਣ ਜਾਈਏ, ਉਹ ਸਭ ਤੋਂ ਪਹਿਲਾ ਸਵਾਲ ਇਹੀ ਕਰਦਾ ਹੈ ਕਿ ਤੁਸੀਂ ਖਾਧਾ ਕੀ ਹੈ, ਕਿਉਂਕਿ ਜਿੰਨੀਆਂ ਬਿਮਾਰੀਆਂ ਖਾਣ ਤੋਂ ਲੱਗਦੀਆਂ ਨੇ। ਸੋ ਮਹਾਰਾਜ ਕਹਿੰਦੇ ਭਗਤ ਜਨਾਂ ਨੇ ਖਾਣ ਦਾ ਲੱਭ ਅਤੇ ਪਦਾਰਥਾਂ ਦੇ ਜੋੜਨ ਦਾ ਜੋ ਲੋਭ ਹੈ, ਲਾਲਚ ਹੈ, ਅਤੇ ਗੁਣਾਂ ਦਾ ਹੰਕਾਰ ਹੈ, ਅਤੇ ਭੋਗਾਂ ਦੀ ਤ੍ਰਿਸ਼ਨਾ ਹੈ, ਇਤਿਆਦਿਕ ਇਹ ਔਗਣ ਛੱਡ ਦਿੱਤੇ ਹਨ। ਬਹੁਤ ਨਾਹੀ ਬੋਲਣਾ, ਅਤੇ ਬਹੁਤਾ ਜ਼ਿਆਦਾ ਉਹ ਬੱਕੜਵਾਦ ਨਹੀਂ ਕਰਦੇ। ਸੋ ਵਿਣ ਬੋਲੇ ਜਾਣੈ ਸਭ ਸੋਏ, ਬਹੁਤਾ ਬੋਲਣ ਚੱਖਣ ਹੋਏ। ਗੁਰੂ ਘਰ ਆ ਕੇ ਤਾਂ ਆਪਦੀ ਮਰਜ਼ੀ ਨਾਲ ਬਹੁਤਾ ਬੋਲਣਾ ਚੱਖਾ ਮਾਰਨੀਆਂ ਹੀ ਨੇ, ਕਿਉਂਕਿ ਵਿਣ ਬੋਲੇ ਜਾਣੈ ਸਭ ਸੋਏ। ਵਿਣ ਬੋਲਿਆ ਸਭ ਕੁਝ ਜਾਣਦਾ ਕਿ ਸਿਆਗੈ ਕੀਚੇ ਅਰਦਾਸ। ਬੋਲਣ ਦਾ ਮਤਲਬ ਇਹ ਹੈ ਕਿ ਗੁਰੂ ਜੀ ਦੇ ਭਾਣੇ ਤੋਂ ਉਲਟ ਆਪਦੀ ਮਰਜ਼ੀ ਕਰਨੀ। ਇਉਂ ਜਿਹੜੇ ਭਗਤ ਜਨ ਹਨ ਉਹ ਬਚਨ ਵਿਲਾਸ ਵੀ ਨਹੀਂ ਕਰਦੇ। ਸੰਸਾਰੀ ਲੋਕਾਂ ਨਾਲ ਵਤੰਡਾਵਾਦ, ਜਲਪਾਵਾਦ ਆਦਿਕ ਵਧੀਕੀ ਵਾਲੇ ਬਚਨ ਵੀ ਨਹੀਂ ਬੋਲਣਾ ਕਰਦੇ ਹਨ। ਖੰਨਿਓ ਤਿੱਖੀ ਵਾਲਹੁ ਨਿੱਕੀ, ਭਗਤੀ ਖੰਡੇ ਦੀ ਧਾਰ ਨਾਲੋਂ ਵੀ ਤੇਜ਼ ਧਾਰ ਵਾਲੀ ਅਤੇ ਰੋਮ ਦੇ ਨਾਲੋਂ ਵੀ ਬਾਰੀਕ ਸੂਖਮ ਹੈ। ਏਤ ਮਾਰਗ ਜਾਣਾ, ਇਸ ਭਾਵ ਭਗਤੀ ਦੇ ਰਸਤੇ ਉੱਤੇ ਭਗਤ ਜਨਾਂ ਨੂੰ ਆਪਾ ਪਾ ਮੇੜ ਕੇ ਚੱਲਣਾ ਪੈਂਦਾ ਹੈ। ਅਰਥਾਤ ਗੁਰਸਿੱਖੀ ਬਾਰੀਕ ਹੈ। ਖੰਨਿਓ ਤਿੱਖੀ ਬਹੁਤ ਪੀਣੀ, ਉੱਪਰ ਟਿਕੇ ਨਾ ਪੁਣ ਹੋਣਾ, ਚੱਲ ਨਾ ਸਕਿਆ ਉੱਪਰ ਕੀੜੀ। ਖੰਡੇ ਦੀ ਧਾਰ ਦੇ ਉੱਪਰ ਮੱਛਰ ਬੈਠ ਸਕਦਾ ਹੈ, ਵਾਲ ਦੇ ਉੱਪਰ ਵੀ ਮੱਛਰ ਬੈਠ ਸਕਦਾ, ਕੀੜੀ ਚੱਲ ਸਕਦੀ ਹੈ। ਪਰ ਗੁਰਸਿੱਖੀ ਦੇ ਵਿੱਚ ਖੰਡੇ ਦੀ ਧਾਰ ਨਾਲੋਂ ਤੇਜ਼ ਧਾਰ ਇਸ ਕਰਕੇ ਗੁਰਾਂ ਨੇ ਕਿਹਾ ਭਈ ਜਿਵੇਂ ਮੱਛਰ ਬੈਠ ਸਕਦਾ, ਕੀੜੀ ਤੁਰ ਸਕਦੀ ਹੈ, ਮੱਛਰ ਡੰਗ ਮਾਰਦਾ ਹੁੰਦਾ, ਇਉਂ ਭਗਤ ਜਨ ਕਿਸੇ ਨੂੰ ਸ਼ਰਾਬ ਦੇ ਰੂਪ ਡੰਗ ਨਹੀਂ ਮਾਰਦੇ ਅਤੇ ਕੀੜੀ ਜਿੰਨੀ ਹੰਗਤਾ ਵੀ ਨਹੀਂ ਰੱਖਦੇ, ਮੱਛਰ ਜਿੰਨਾ ਆਪਾ ਭਾਵ ਵੀ ਨਹੀਂ ਰੱਖਦੇ। ਆਪਾ ਭਾਵ ਮੇੜ ਕੇ ਭਾਵ ਭਗਤੀ ਦੇ ਮਾਰਗ ਉੱਤੇ ਚੱਲਣਾ ਕਰਦੇ ਨੇ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ। ਪਹਿਲਾਂ ਗੁੱਸਾ ਹੁੰਦਾ ਸੀ ਅਤੇ ਇਉਂ ਭਗਤ ਜਨ ਸਮਝਦੇ ਨੇ ਵੀ ਸੰਸਾਰ ਦਾ ਕੰਮ ਤਾਂ ਬੋਲਣਾ ਹੀ ਹੈ। ਇਹਨਾਂ ਕਿਸੇ ਦੀ ਸਿਫਤ ਨਹੀਂ ਕਰਨੀ। ਜਿਹੜਾ ਦਿੰਦਾ ਹੈ ਖਾਣ ਨੂੰ, ਜਿਹਦੇ ਕੋਲੋਂ ਮਤਲਬ ਹੈ, ਉਹਦੀ ਮਹਿਮਾ, ਉਹਦੇ ਗੁਣ ਗਾਉਂਦਿਆਂ ਥੱਕਣਾ ਨਹੀਂ, ਭਾਵੇਂ 100 ਗੁਣ ਹੋਣ। ਤੋ ਜਿਸ ਦੇ ਨਾਲ ਨਹੀਂ ਬਣੀ ਉਹਦੇ ਵਿੱਚ ਭਾਵੇਂ 100 ਵੀ ਗੁਣ ਹੋਣ, ਉਹਦੀ ਨਿੰਦਿਆ ਸ਼ੁਰੂ ਕਰ ਦੇਣੀ। ਦੁਨੀਆਂ ਦਾ ਕੰਮ ਹੈ ਬੋਲਣਾ। ਤੁਸੀਂ ਚਿੰਤਾ ਕਰੋਗੇ, ਰਾਤ ਨੂੰ ਸੌਂ ਨਹੀਂ ਸਕੋਗੇ। ਇਸ ਲਈ ਹਮ ਤਨ ਦਿਓ ਹੈ ਢਾਰ, ਆਪਾਂ ਦਾ ਸਰੀਰ ਗੁਰਦੁਆਰੇ ਲੰਮੇ ਪਾਤਾ, ਮਹਾਰਾਜ ਦੇ ਅੱਗੇ ਸਮਰਥ ਕਰ ਦਿੱਤਾ। ਭਾਵੇਂ ਕੋਈ ਚੰਗਾ ਕਹੇ ਅਤੇ ਭਾਵੇਂ ਮਾੜਾ ਕਹੇ। ਕਿਸੇ ਦੇ ਕਿਹਾ ਆਪਾਂ ਚੰਗੇ ਨਹੀਂ ਬਣਨਾ, ਕਿਸੇ ਦੇ ਕਿਹਾ ਮਾੜਾ ਨਹੀਂ ਬਣਨਾ। ਜੋ ਰੱਬ ਨੇ ਬਣਾਇਆ ਬੰਦਾ ਰਹਿਣਾ ਤਾਂ ਉਸੇ ਤਰ੍ਹਾਂ ਦਾ ਹੀ ਹੈ, ਤੁਸੀਂ ਦੱਸੋ। ਤੋ ਇਸ ਵਾਸਤੇ ਫਿਰ ਕਿਸੇ ਗੁੱਸਾ ਭਲਾ ਕਿਉਂ ਕਰਨਾ ਹੈ। ਇਉਂ ਭਗਤ ਜਨਾਂ ਨੇ
ਸੋ ਕੀੜੀ ਜਿੰਨੀ ਹੰਗਤਾ ਵੀ ਨਹੀਂ ਕੀਤੀ, ਮੱਛਰ ਵਾਂਗੂ ਸਰਾਪ ਆਦਿਕ ਦਾ ਡੰਗ ਨਹੀਂ ਮਾਰਦੇ। ਉਹ ਆਪ ਦੀ ਭਗਤੀ ਦੇ ਵਿੱਚ, ਪਿਆਰ ਦੇ ਵਿੱਚ ਹਾਥੀ ਦੀ ਮਸਤ ਚਾਲ ਤੁਰੇ ਰਹਿੰਦੇ ਹਨ। ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਸਤਿਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਨੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਤਿਆਗ ਦਿੱਤਾ ਹੈ, ਹਰ ਵਾਸਨਾ ਸਮਾਣੀ। ਉਹਨਾਂ ਦੇ ਹਿਰਦੇ 'ਚ ਪਰਮੇਸ਼ਰ ਦੀ ਭਗਤੀ ਰੂਪ ਮਹਿਕ ਸਮਾ ਗਈ ਹੈ। ਉਹਨਾਂ ਦੇ ਕੋਲੋਂ ਬਿਨਾਂ ਹੀ ਸੈਂਟ ਛਿੜਕਣ ਤੋਂ ਹੈਰਾਨੀ ਦੀ ਗੱਲ, ਮਖੌਲ ਵੀ ਤੁਸੀਂ ਕਰੋਗੇ, ਪੀਅਰਲੈਸ ਸੌਪ ਕੀ ਹੁੰਦਾ। ਅੱਜ ਤੱਕ ਮੈਨੂੰ ਯਾਦ ਹੈ, ਉਹ ਮੇਰੇ ਹੱਥ 'ਚ ਗਾਚੀ ਆਈ ਪਹਿਲੀ ਵਾਰ। ਉਮਰ ਛੋਟੀ ਸੀਗੀ, ਉਹ ਮੈਂ ਨੱਕ ਨੂੰ ਲਾ ਬੈਠਾ, ਜਿਉਂ ਨਸੀਰ ਫੁੱਟੀ, ਜਿਉਂ ਫੁੱਟੀ, ਮੈਂ ਵਗਾਹ ਮਾਰੀ ਨਾਲੀ 'ਚ। ਮੈਂ ਕਿਹਾ ਵੀ ਇਹੋ ਜਿਹੇ ਸਾਬਣ ਨੂੰ ਅੱਗ ਲਾਓ। ਹੁਣ ਵੀ ਲੱਸੀ ਨਾਲ ਹੀ ਲਾਉਣਾ ਪਸੰਦ ਕਰੀਦਾ। ਆ ਜੋ ਸਮੈਲਾਂ ਸਮੁੱਲਾਂ ਸੁਗੰਧੀਆਂ ਨੇ, ਸਭ ਬਰਬਾਦੀ ਦਾ ਕਾਰਨ ਹਨ। ਹਾਂਗਕਾਂਗ ਸਿੰਘਾਂ ਨੇ ਬਾਈ ਆਰਡਰ ਮੇਰੇ ਹੱਥੋਂ ਸੈਂਟ ਫੜਿਆ, ਕਹਿੰਦੇ ਚੰਗੇ ਤੁਸੀਂ ਅੱਡ ਗ੍ਰੰਥੀ ਹੋ, ਇੰਨਾ ਨਹੀਂ ਪਤਾ ਵੀ ਇਹਦੇ 'ਚ ਸ਼ਰਾਬ ਅਲਕੋਹਲ ਹੈ। ਮੈਂ ਕਿਹਾ ਜੀ ਹੁਣ ਮੈਨੂੰ ਕੀ ਪਤਾ। ਉਹ ਫਲਾਣਾ ਬੰਦਾ ਆਇਆ, ਉਹਨੇ ਅਰਦਾਸ ਕਰਾਈ, ਆਖਿਆ ਵੀ ਇਹ ਮਹਾਰਾਜ ਦੇ ਉੱਤੇ ਸੈਂਟ ਛਿੜਕੋ, ਇਹ ਗੁਰੂ ਸਾਹਿਬ ਨੂੰ ਭੇਟਾ ਕੀਤਾ। ਕਹਿੰਦੇ ਤੁਹਾਨੂੰ ਨਹੀਂ ਪਤਾ, ਇਹ ਸੈਂਟ ਨਹੀਂ ਛਿੜਕੀਦਾ ਮਹਾਰਾਜ 'ਤੇ। ਸੋ ਪਹਿਲਾਂ ਦਾ ਇਹ ਪਤਾ ਚੱਲਿਆ, ਉਹ ਮਾਲੀ ਨੇ ਆਉਣਾ, ਛੋਟੀਆਂ ਛੋਟੀਆਂ ਸ਼ੀਸ਼ੀਆਂ ਬੜੀ ਬੜੀਆਂ ਮਹਿੰਗੀਆਂ, ਕੋਈ 250 ਦੀ, ਕੋਈ 300 ਦੀ, ਕੋਈ 500 ਦੀ, ਕੋਈ 1000 ਦੀ। ਕਹਿੰਦਾ ਯਤਰ ਹੈ, ਇਹ ਫਲੀਲ ਹੈ, ਇਹਨੂੰ ਗੁਰੂ ਜੀ ਦੇ ਉੱਪਰ ਲਾਇਓ। ਉਹ ਅਸੀਂ ਮੂਰਖਾਂ ਨੇ ਉਹ ਛਿੜਕਣਾ ਸ਼ੁਰੂ ਕਰ ਦਿੱਤਾ। ਉਹ ਜਿੱਥੇ ਵੀ ਆਪਣਾ ਤਬਕਾ ਪੈਣਾ, ਉੱਥੇ ਮਿੱਟੀ ਜੰਮ ਕੇ ਦਾਗ ਪੈ ਜਾਣਾ। ਫਿਰ ਪਤਾ ਲੱਗਿਆ ਵੀ ਰੂਣਾ ਲਾਈਦਾ, ਉਹਦੇ ਵਿੱਚ ਵੀ ਔਗਣ ਹਨ। ਅਤੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਫੂਲ ਭਵਰ ਜਲ ਮੀਨ ਬਗਾਰਿਓ। ਜਿਹੜਾ ਭੌਰਾ ਹੈ, ਇਹਨੇ ਫੁੱਲ ਨੂੰ ਝੂਠਾ ਕੀਤਾ ਹੋਇਆ ਹੈ। ਆਪਾਂ ਸੁਗੰਧੀ ਨੂੰ ਸੁੱਚਾ ਸਮਝ ਕੇ ਕਿਵੇਂ ਛਿੜਕਦੇ ਹਾਂ। ਜਿਹੜੇ ਸੈਂਟ ਆਦਿਕ ਨੇ, ਇਹਨਾਂ 'ਚ ਵੀ ਕੈਮੀਕਲ ਮਿਕਸਅਪ ਹਨ। ਆ ਜਿਹੜਾ ਰੂਮ ਫਰੈਸ਼ਰ ਹੈ, ਇਹ ਘਰੇ ਮੂੰਹ ਵੱਲ ਹੋ ਗਿਆ, ਉਹਦੇ ਨਾਲ ਜ਼ੁਕਾਮ ਲੱਗ ਗਿਆ, 3 ਦਿਨ ਜ਼ੁਕਾਮ ਹੀ ਨਹੀਂ ਹਟਿਆ। ਅਤੇ ਇਸ ਵਾਸਤੇ ਵੇਖਣ ਨੂੰ ਸਭ ਕੁਝ ਚੰਗਾ ਹੈ, ਪਰ ਹੈ ਇਹ ਬਿਮਾਰੀ ਦਾ ਕਾਰਨ। ਅਲਕੋਹਲ ਮਿਕਸ ਹੈ ਮਹਾਰਾਜ ਦੇ ਰੁਮਾਲਿਆਂ ਦੇ। ਤਾਂ ਜਿਹੜੀ ਡਾਕਟਰਾਂ ਦੀ ਖੋਜ ਹੈ, ਸਿਆਣਿਆਂ ਦਾ ਕਹਿਣਾ ਵੀ ਉੱਕਾ ਹੀ ਛਿੜਕਣਾ ਨਹੀਂ ਚਾਹੀਦਾ, ਕਜਾ ਸ਼ਰਾਬ ਛਿੜਕਦੀ, ਕਜਾ ਇਹ ਛਿੜਕ ਦਿੱਤਾ। ਤੋ ਇਸ ਵਾਸਤੇ ਇਹ ਜਿਹੜੀ ਵਾਸ਼ਨਾ ਹੈ, ਇਹ ਜਿਹੜੀ ਸੁਗੰਧੀ ਔਗਣ ਵਾਲੀ ਹੈ, ਹਰ ਵਾਸਨਾ ਸਮਾਣੀ, ਜੋ ਮਹਾਰਾਜ ਦੀ ਬੰਦਗੀ ਦੀ ਵਾਸ਼ਨਾ ਹੈ। ਤੁਸੀਂ ਭਗਤੀ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਵਾਹਿਗੁਰੂ ਦਾ ਨਾਮ ਜਪੋ, ਸੰਗਤ ਕਰੋ, ਬਿਨਾਂ ਹੀ ਸੈਂਟ ਤੋਂ ਤੁਹਾਥੋਂ ਸੁਗੰਧੀ ਆਏਗੀ। ਗੁਰੂ ਘਰ ਦੇ ਵਿੱਚ ਕਥਾ ਕੀਰਤਨ ਦਾ ਮਾਹੌਲ ਬੜਾ ਸ਼ਾਂਤਮਈ ਹੁੰਦਾ, ਬਿਨਾਂ ਹੀ ਰੂਮ ਫਰੈਸ਼ਰ ਤੋਂ ਮਨ ਨੂੰ ਠੰਡਕ ਆਏਗੀ। ਇਸ ਵਾਸਤੇ ਉਹਨਾਂ ਦੇ ਹਿਰਦੇ 'ਚ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਭਗਤੀ ਰੂਪ ਮਹਿਕ ਸਮਾ ਗਈ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਇਸੇ ਪ੍ਰਕਾਰ ਹਰ ਵਾਸਨਾ ਸਮਾਣੀ। ਹਰੇਕ ਪ੍ਰਕਾਰ ਦੀ ਜੋ ਵਾਸ਼ਨਾ ਇੱਛਾ ਹੈ, ਉਹ ਅੰਦਰ ਹੀ ਸਮਾ ਗਈ, ਅੰਦਰ ਹੀ ਲੈ ਹੋ ਗਈ, ਅੰਦਰ ਹੀ ਮਿਟ ਗਈ ਹੈ। ਇਸੇ ਪ੍ਰਕਾਰ ਹਰ ਵਾਸਨਾ ਸਮਾਣੀ। ਜਿਵੇਂ ਸਾਧ ਸੰਗਤ ਜੀ ਚੰਦਨ ਦਾ ਬੂਟਾ, ਰਿੰਡ ਆਦਿਕ ਕੌੜੇ ਬੂਟਿਆਂ ਵਿੱਚ ਵੀ ਮਹਿਕ ਪਾ ਦਿੰਦਾ ਹੈ। ਚੰਦਨ ਨਿਕਟ ਸਭ ਚੰਦਨ ਹੋਈਆ। ਅਤੇ ਜੋ ਪਲਾਹ ਢਾਕ ਆਦਿਕ ਦਾ ਬੂਟਾ ਹੈ, ਉਹਦੇ ਵਿੱਚ ਵੀ ਮਹਿਕ ਪਾ ਦਿੰਦਾ। ਇਸੇ ਪ੍ਰਕਾਰ ਹਰੀ ਰੂਪ ਚੰਦਨ ਦਾ ਬੂਟਾ ਵੀ
ਭਗਤ ਰਵਿਦਾਸ ਜੀ ਨੇ ਸ਼ਰਧਾ ਜਨਾਈ ਹੈ। ਤੁਮ ਚੰਦਨ ਹਮ ਅਰਿੰਡ ਬਾਪੁਰੇ। ਇਹ ਵਾਹਿਗੁਰੂ ਤੂੰ ਚੰਦਨ ਹੈ, ਤੇਰੀ ਭਗਤੀ ਇੱਕ ਚੰਦਨ ਦੀ ਮਹਿਕ ਸੁਗੰਧੀ ਹੈ। ਅਸੀਂ ਅਰਿੰਡ ਦੇ ਬੂਟੇ ਵਾਂਗ ਨਿਕੰਮੇ ਹਾਂ, ਪਰ ਸੰਗ ਤੁਮਾਰੇ ਵਾਸਾ, ਤੇਰੇ ਨਾਲ ਹੀ ਸਾਡਾ ਵਾਸਾ ਹੈ। ਤੇਰੇ ਚਰਨਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਤੇਰੀ ਸੰਗਤ ਕਰਦੇ ਹਾਂ। ਨੀਚ ਰੁੱਖ ਤੇ ਊਚ ਪਏ ਹੈ, ਸੀ ਤਾਂ ਅਸੀਂ ਨੀਵੇਂ ਰੁੱਖਾਂ ਦੀ ਤਰ੍ਹਾਂ, ਇੱਕ ਕਾਣੀ ਕੌਡੀ ਵੀ ਮੁੱਲ ਨਹੀਂ ਸੀਗਾ। ਪਰ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਅੱਧੀ ਦੀ ਕੌਡੀ ਲਈ ਮਸ਼ੱਕਤ ਕਰਨ ਵਾਲਾ ਸ਼ੀਪਾ ਨਾਮਦੇਵ ਲੱਖਾਂ ਦਾ ਹੋ ਗਿਆ। ਤੋ ਇੰਜ ਨੀਚ ਰੁੱਖ ਤੇ ਊਚ ਪਏ ਹੈ, ਉੱਚੇ ਜੀਵਨ ਵਾਲਾ ਤੁਸੀਂ ਸਾਨੂੰ ਬਣਾ ਦਿੱਤਾ। ਗੰਧ ਸੁਗੰਧ ਨਿਵਾਸਾ, ਅਸੀਂ ਬੁਰੀ ਗੰਧ ਵਾਲੇ ਸੀ, ਆਪ ਦੀ ਸੰਗਤ ਕਰਕੇ ਸਾਡੇ ਵਿੱਚ ਸੁਗੰਧੀ ਦਾ ਵਾਸਾ ਹੋ ਗਿਆ, ਭਗਤੀ ਦੀ ਮਹਿਕ ਆਉਣ ਲੱਗ ਪਈ। ਇੰਜ ਸੋ ਹੇ ਮਹਾਰਾਜ, ਤੁਸੀਂ ਚੰਦਨ ਦੀ ਤਰ੍ਹਾਂ ਹੋ, ਅਰਿੰਡ ਵਾਂਗ ਕੌੜੇ ਸੁਭਾਅ ਵਾਲੇ ਪੁਰਖਾਂ ਵਿੱਚ ਵੀ ਆਪਣੀ ਭਗਤੀ ਮਹਿਕ ਪਾ ਦਿੰਦੇ ਹੋ, ਅਤੇ ਪਲਾਹ ਦੀ ਤਰ੍ਹਾਂ ਫਿੱਕੇ ਸੁਭਾਅ ਵਾਲੇ ਅੰਦਰ ਵੀ ਆਪਣੀ ਭਗਤੀ ਰੂਪ ਖੁਸ਼ਬੂ ਸਮਾ ਦਿੰਦੇ ਹੋ। ਪਾ ਫਿੱਕਾਪੁਣਾ ਅਤੇ ਕੁੜੱਤਣਪੁਣਾ ਹਟਾ ਕੇ ਅੰਦਰ ਵਾਹਿਗੁਰੂ ਨਾਮ ਦੀ ਮਹਿਕ ਆਉਣ ਲਾ ਦਿੰਦੇ ਹੋ। ਕਹੈ ਨਾਨਕ ਚਾਲ ਭਗਤਾਂ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਭਾਵ ਕਥਨ ਕਰਦੇ ਨੇ ਕਿ ਭਗਤੀ ਕਰਨ ਵਾਲੇ ਪੁਰਖਾਂ ਦੀ ਜੋ ਚਾਲ ਮਰਯਾਦਾ, ਜੁਗਾ ਹੋ ਜੁਗ ਨਿਰਾਲੀ। ਜੁਗਾਂ ਜੁਗਾਂ ਦੇ ਵਿੱਚ ਵੱਖਰੀ ਨਿਆਰੀ ਹੁੰਦੀ ਹੈ। ਜੁਗ ਹੋ ਦੋ, ਭਾਵ ਜੀਵ ਅਤੇ ਈਸ਼ ਦੀ ਏਕਤਾ ਕਰਨ ਵਾਲੀ, ਅਤੇ ਜੁਗ ਦੋ, ਭਾਵ ਪੁਰਖ ਅਤੇ ਪ੍ਰਕਿਰਤੀ ਦੀ ਉਪਾਸਨਾ ਛੱਡ ਕੇ ਅਦਵੈਤ ਰੂਪ ਬ੍ਰਹਮ ਦੇ ਵਿੱਚ ਮਿਲਣ ਵਾਲੀ ਨਿਆਰੀ ਮਰਯਾਦਾ ਹੁੰਦੀ ਹੈ। ਜਾਂ ਜੁਗ ਹੋ ਚਾਰ ਸਾਧਨਾ, ਵਿਰਾਗ ਵਿਵੇਕ ਹਠ ਸਮਧੀ ਮੋਖ ਇੱਛਾ, ਅਤੇ ਯੁਗ ਭਾਵ ਚਾਰ ਅੰਤਰੰਗ ਸਾਧਨਾ, ਸ਼ਰਵਣ ਮੰਨਣ ਅਧਿਆਸਨ, ਤਤ ਤਵੰਗ ਦਾ ਸੰਸ਼ੋਧਨ ਆਦਿ ਦੀ ਹੰਗਤਾ ਵੀ ਨਿਆਰੀ ਕਰਨ ਵਾਲੀ ਹੈ। ਜਿਉ ਤੂੰ ਚਲਾਏ ਦਿਵ ਚੱਲਾ ਸੁਆਮੀ। ਇਹ ਮਾਲ ਪਰਮੇਸ਼ਰ ਜਿਵੇਂ ਤੂੰ ਭਗਤ ਜਨਾਂ ਨੂੰ ਚਲਾਉਂਦਾ ਹੈ, ਤਿਵੇਂ ਹੀ ਭਗਤ ਜਨ ਭਾਵ ਭਗਤੀ ਦੇ ਮਾਰਗ ਉੱਤੇ ਚੱਲਣਾ ਕਰਦੇ ਹਨ। ਹੋਰ ਕਿਆ ਜਾਣਾ ਗੁਣ ਤੇਰੇ। ਹੋਰ ਤੇਰੇ ਵਧੇਰੇ ਗੁਣਾਂ ਨੂੰ ਕਥਨ ਕਰਨਾ ਕੀ ਜਾਣ ਸਕਦੇ, ਭਾਵ ਨਹੀਂ ਜਾਣ ਸਕਦੇ। ਜੋ ਜਿਵ ਤੂੰ ਚਲਾਏ ਤਿਵ ਚੱਲਹਿ। ਜਿਸ ਪ੍ਰਕਾਰ ਤੂੰ ਭਗਤ ਜਨਾਂ ਨੂੰ ਚਲਾਉਂਦਾ ਹੈ, ਤਿਵੇਂ ਹੀ ਭਗਤ ਜਨ ਤੇਰੀ ਰਜ਼ਾ ਵਿੱਚ ਚੱਲਦੇ ਨੇ। ਚੱਲਦੀ ਤਾਂ ਸਾਰੀ ਦੁਨੀਆ ਹੀ ਹੈ ਤੇਰੀ ਰਜ਼ਾ 'ਚ, ਪਰ ਜਿਵੇਂ ਅਸੀਂ ਆਪ ਦੀ ਮਰਜ਼ੀ ਨਾਲ ਕੰਮ ਕਰਦੇ ਹਾਂ, ਜਿੱਦੇ ਸਾਡਾ ਚਿੱਤ ਚਾਹੁੰਦਾ ਉੱਥੇ ਜਾਂਦੇ ਹਾਂ, ਪਰ ਭਗਤ ਜਨ ਇੰਜ ਨਹੀਂ ਕਰਦੇ। ਜਿਵੇਂ ਛੋਟਾ ਬੱਚਾ ਆਪਦੀ ਮਾਂ ਤੋਂ ਪੁੱਛ ਕੇ ਜਾਂਦਾ ਹੈ, ਇੰਜ ਹਮ ਨਾਨੇ ਨੀਚ ਤੁਮੇ ਬੜ ਸਾਹਿਬ, ਸਾਨੂੰ ਸਮਝ ਨਹੀਂ ਹੈ ਕਿ ਕੰਮ ਕਰਨਾ ਨਹੀਂ ਕਰਨਾ, ਇਸ ਕੰਮ ਦਾ ਕੀ ਲਾਭ ਕੀ ਨਫਾ ਨੁਕਸਾਨ ਹੋਏਗਾ। ਤੋ ਜਿਹੜੇ ਗੁਰਮੁਖ ਭਗਤ ਨੇ ਉਹ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਚੱਲਦੇ ਨੇ, ਕਈ ਵਾਰ ਹੁਕਮਨਾਮਾ ਵੀ ਲੈਂਦੇ ਹਨ। ਜੋ ਵੀ ਕਾਰਜ ਹੈ ਗੁਰੂ ਸਾਹਿਬ ਤੋਂ ਪੁੱਛ ਕੇ ਕਰਦੇ ਹਨ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹ ਤਾਂ ਬਾਹਰੀ ਮਰਯਾਦਾ ਹੈ ਜੋ ਸਭਨਾਂ ਨੂੰ ਕਰਨੇ ਯੋਗ ਹੈ, ਪਰ ਜਿਹੜੇ ਬ੍ਰਹਮ ਗਿਆਨੀ ਰੱਬ ਨਾਲ ਜੁੜੇ ਹੋਏ ਨੇ, ਅੰਤਰਾਤਮੇ ਜਿੱਥੇ ਵਾਹਿਗੁਰੂ ਹੁਕਮ ਕਰਦਾ ਹੈ ਉੱਥੇ ਜਾ ਕੇ ਖੜਾਉਂਦੇ ਨੇ, ਉੱਥੇ ਜਾ ਕੇ ਬੈਠਦੇ ਨੇ। ਜਿੱਥੇ ਨਹੀਂ ਭੇਜਦਾ, ਜਹ ਬੈਸਾਲਹਿ ਤੈ ਬੈਸਾ ਸੁਆਮੀ, ਜਹ ਭੇਜੇ ਤੈ ਜਾਵਾਂ। ਜਿੱਥੇ ਬਿਠਾਉਂਦਾ ਉੱਥੇ ਬੈਠਦੇ, ਜਿੱਥੇ ਭੇਜਦਾ ਉੱਥੇ ਜਾਂਦੇ, ਜਿੱਥੇ ਕਹਿੰਦਾ ਨਹੀਂ ਜਾਣਾ ਉੱਥੇ ਨਹੀਂ ਜਾਂਦੇ, ਜਿੱਥੇ ਗੁਰੂ ਸਾਹਿਬ ਦਾ ਹੁਕਮ ਹੁੰਦਾ ਉੱਥੇ ਜਾਂਦੇ। ਇਉਂ
ਸੋ ਮਹਾਰਾਜ ਦੇ ਹੁਕਮ ਦੇ ਵਿੱਚ ਉਹ ਚੱਲਦੇ ਹਨ। ਜਿਨ੍ਹਾਂ ਮਾਰਗ ਪਾਵਹੇ। ਗੁਰੂ ਸਾਹਿਬ ਦਾ ਹੁਕਮ ਕੀ ਹੈ? ਇੱਕ ਵਾਰ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜਪਣ ਦਾ ਹੁਕਮ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਸੰਗਤ ਚੱਲ ਕੇ ਜਾਓ, ਚਰਨ ਚੱਲੋ ਮਾਰਗ ਗੋਬਿੰਦ। ਇਸ ਲਈ ਉਹ ਸਮਾਂ ਕੱਢ ਕੇ ਸਵੇਰ ਸ਼ਾਮ ਸੰਗਤ ਵਿੱਚ ਚੱਲ ਕੇ ਜਾਂਦੇ ਨੇ। ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਭਾਈ ਗੁਰਦਾਸ ਜੀ ਨੇ ਲਿਖਿਆ। ਸਾਧ ਸੰਗਤ ਚੱਲ ਜਾਂਦੇ, ਜਿਹੜੇ ਸੰਗਤ ਚੱਲ ਕੇ ਜਾਂਦੇ ਨੇ ਉਹਨਾਂ ਚਰਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹ ਸੰਗਤ ਵਿੱਚ ਬੈਠ ਕੇ ਪ੍ਰੇਮਾ ਭਗਤੀ ਕਰਦੇ, ਵਾਹਿਗੁਰੂ ਕਰਦੇ। ਭਗਤੀ ਸਹਿਤ ਬ੍ਰਹਮ ਗਿਆਨ ਦੇ ਰਸਤੇ 'ਤੇ ਮਹਾਰਾਜ ਪਾਉਂਦਾ, ਇਸੇ ਰਸਤੇ 'ਤੇ ਹੀ ਚੱਲਦੇ ਹਨ। ਕਰ ਕਿਰਪਾ ਜਿਨ ਨਾਮ ਲਾਏ। ਹੇ ਹਰੀ, ਕਿਰਪਾ ਦਇਆ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਤੂੰ ਗੁਰਾਂ ਦੀ ਸ਼ਰਨ 'ਚ ਪਾ ਕੇ ਨਾਮ ਅੰਮ੍ਰਿਤ ਵਿੱਚ ਲਾਉਂਦਾ ਹੈ। ਸੇ ਹਰ ਹਰ ਸਦਾ ਤੇ ਆਵਹੇ। ਉਹ ਪੁਰਖ ਹਮੇਸ਼ਾ ਹੀ ਤੇਰੇ ਹਰ ਹਰ ਨਾਮ ਨੂੰ ਧਿਆਉਂਦੇ ਹਨ। ਜਾਂ ਹੀ ਹਰੀ ਪਰਮੇਸ਼ਰ, ਉਹ ਤੇਰੇ ਤਵੰਗ ਪਾਦੀ ਲਾਖਰਤ ਰੂਪ ਤੇ ਤਤਵੰਗ ਪਾਦੀ ਲਾਖਰਤ ਰੂਪ ਨੂੰ ਸਦਾ ਹੀ ਧਿਆਉਂਦੇ ਹਨ। ਨਾਮ ਧਿਆਵੇ ਸੇ ਜਣ ਚੱਲੇ, ਗੁਰ ਪੂਰੇ ਸੰਬੰਧ ਜੀਓ। ਜਿਸ ਨੂੰ ਕਥਾ ਸੁਣਾਏ ਆਪਣੀ। ਮਹਾਰਾਜ ਕਹਿੰਦੇ ਕਥਾ ਕਰ ਗੁਰਦੁਆਰੇ ਜਾ ਕੇ ਤੇ ਜਾਂ ਬੈਠ ਕੇ ਸੁਣ। ਇਹ ਲਖਣਾ ਬਿਰਤੀ ਦੁਆਰਾ ਸਰੂਪ ਦੀ ਪ੍ਰਾਪਤੀ ਵਾਲੀ ਜਿਸ ਬ੍ਰਹਮ ਗਿਆਨੀ ਪੁਰਖ ਨੂੰ ਆਪਣੀ ਕਥਾ ਮਹਾਰਾਜ ਸੁਣਾਉਂਦਾ ਹੈ। ਸੇ ਗੁਰਦੁਆਰਾ ਸੁਖ ਪਾਵਹੇ। ਸੇ ਉਹ ਪੁਰਖ ਹੀ ਸਤਿਗੁਰੂ ਦੇ ਰਾਹੀਂ ਬ੍ਰਹਮ ਗਿਆਨ ਦੇ ਸਹਿਤ ਹੋ ਕੇ ਆਤਮਿਕ ਆਨੰਦ ਨੂੰ ਪਾਉਂਦੇ ਨੇ ਜਾਂ ਸੁਖ ਸਰੂਪ ਨੂੰ ਪਾਉਂਦੇ ਹਨ। ਕਹਿ ਨਾਨਕ ਸੱਚੇ ਸਾਹਿਬ। ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਸੱਚੇ ਸਤ ਸਰੂਪ ਮਾਲਕ ਪਰਮੇਸ਼ਰ ਜੀ, ਜੋ ਭਾਵੈ ਤਿਵੈ ਚਲਾਵਹੇ। ਸੋ ਮਹਾਰਾਜ ਜਿਵੇਂ ਹੀ ਤੈਨੂੰ ਪਾਉਂਦਾ ਹੈ ਉਸੇ ਪ੍ਰਕਾਰ ਹੀ ਤੂੰ ਜੀਵਾਂ ਨੂੰ ਚਲਾਉਂਦਾ ਹੈ। ਜਾਂ ਗੁਰਮੁਖ ਜਨਾਂ ਨੂੰ ਭਾਵ ਭਗਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਰਸਤੇ ਉੱਤੇ ਤੂੰ ਆਪ ਚਲਾਉਂਦਾ ਹੈ। ਉਸੇ ਤਰ੍ਹਾਂ ਹੀ ਗੁਰਮੁਖ ਪਿਆਰੇ ਚੱਲਦੇ ਹਨ। ਇਹੋ ਸੋਹਿਲਾ ਸ਼ਬਦ ਸੁਹਾਵਾ। ਇਹ ਜੋ ਸੋਹਿਲਾ ਆਨੰਦ ਸਾਹਿਬ ਦੀ ਬਾਣੀ, ਇਹ ਗੁਰਾਂ ਦੇ ਉਪਦੇਸ਼ ਕਰਕੇ ਸੁਹਾਵਾ ਸ਼ੋਭਨੀਕ ਹੈ। ਜਾਂ ਇਹ ਗੁਰ ਉਪਦੇਸ਼ ਰੂਪ ਜਸ ਸ਼ੋਭਨੀਕ ਹੈ। ਜਾਂ ਇਸ ਨੂੰ ਗੁਰਾਂ ਦੇ ਸ਼ੋਭਨੀਕ ਸ਼ਬਦ ਦੁਆਰਾ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਸਬਦੋ ਸੁਹਾਵਾ ਸਦਾ ਸੁਹਿਲਾ। ਗੁਰ ਉਪਦੇਸ਼ ਸ਼ੋਭਨੀਕ ਹੈ ਤੇ ਹਮੇਸ਼ਾ ਵਾਸਤੇ ਆਤਮਿਕ ਆਨੰਦ ਦੇਣ ਵਾਲਾ ਹੈ। ਜਾਂ ਇਸੇ ਪ੍ਰਕਾਰ ਸਬਦੋ ਸੁਹਾਵਾ ਸਦਾ ਸੁਹਿਲਾ। ਬ੍ਰਹਮ ਦਾ ਜਸ ਰੂਪ ਸੁਹਿਲਾ ਸਦਾ ਹੀ ਸ਼ੋਭਨੀਕ ਹੈ। ਜਾਂ ਇਸੇ ਪ੍ਰਕਾਰ ਸਬਦੋ ਸੁਹਾਵਾ ਸਦਾ ਸੁਹਿਲਾ। ਜੋ ਸੁਹਿਲਾ ਆਨੰਦ ਸਾਹਿਬ ਇਹ ਗੁਰਾਂ ਦੇ ਸ਼ਬਦ ਕਰਕੇ ਸਦਾ ਹੀ ਸ਼ੋਭਨੀਕ ਹੈ। ਸਤਿਗੁਰੂ ਸੁਣਾਇਆ। ਜੋ ਸੱਚੇ ਗੁਰੂ ਜੀ ਨੇ ਸਰਵਣ ਕਰਵਾਇਆ ਹੈ। ਇਸੇ ਪ੍ਰਕਾਰ ਇਹੋ ਸਬਦੋ ਸੁਹਾਵਾ ਸਦਾ ਸੁਹਿਲਾ। ਗੁਰੂ ਉਪਦੇਸ਼ ਰੂਪ ਜੋ ਸੁਹਿਲਾ ਜਸ ਇਹ ਸਦਾ ਹੀ ਸੁਹਾਵਾ ਸੁੰਦਰ ਹੈ। ਸਤਿਗੁਰੂ ਸੁਣਾਇਆ। ਪਰ ਜਿਸ ਨੂੰ ਸਤਿਗੁਰਾਂ ਨੇ ਸੁਣਾਇਆ ਉਸ ਨੇ ਹੀ ਸਰਵਣ ਕੀਤਾ ਹੈ। ਇਹੋ ਤਨ ਕੈ ਮਨ ਵਸਿਆ। ਇਹ ਗੁਰੂ ਉਪਦੇਸ਼ ਰੂਪ ਜਾਂ ਪ੍ਰਭੂ ਦਾ ਜਸ ਰੂਪ ਸੁਹਿਲਾ ਤਿਨਾਂ ਦੇ ਮਨ ਹਿਰਦੇ ਵਿੱਚ ਵਸਿਆ ਟਿਕਿਆ ਹੈ। ਜਿਨ ਧੁਰ ਹੋ ਲਿਖਿਆ ਆਇਆ। ਜਿਨ੍ਹਾਂ ਦੀ ਅੰਤਕਰੂ ਮੱਥੇ ਤੇ ਆਦ ਤੋਂ ਹੀ ਇਹ ਨਿਸ਼ਕਾਮ ਕਰਮਾਂ ਦਾ ਲੇਖ ਲਿਖਿਆ ਆਇਆ ਹੈ।
ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ। ਇੱਕ ਬਹੁਤ ਐਸੇ ਮਨਮੁਖ ਤੁਰੇ ਫਿਰਦੇ ਹਨ ਜੋ ਗੱਲਾਂ ਬਹੁਤੀਆਂ ਮਾਰਦੇ ਨੇ, ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ ਕਿ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ ਜੀ। ਕਈ ਤਾਂ ਇੰਨੇ ਮੂਰਖ ਝੂਠ ਬੋਲਣ ਲੱਗੇ ਅੱਗਾ ਪਿੱਛਾ ਨਹੀਂ ਵਹਿੰਦੇ। ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਹਨ ਜੀ। ਸਾਡੇ ਤਾਂ ਘਰ ਹੀ ਗੁਰੂ ਗੋਬਿੰਦ ਸਿੰਘ ਰਹਿੰਦਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਉਹ ਸਾਡੇ ਵਿੱਚ ਆਉਂਦਾ ਜੀ। ਦਸੇ ਪਾਤਸ਼ਾਹੀਆਂ। ਬੰਦਾ ਪੁੱਛੇ ਵੀ ਗੁਰਦੁਆਰਾ ਮਹਾਰਾਜ ਨੂੰ ਭੁੱਲ ਗਿਆ? ਗੁਰਦੁਆਰਾ ਛੱਡ ਕੇ ਅਤੇ ਜਿੱਥੇ TV ਲੱਗਾ ਹੈ ਉੱਥੇ ਤੁਹਾਡੇ ਘਰ ਮਹਾਰਾਜ ਨੂੰ ਪਸੰਦ ਆਇਆ, ਉੱਥੇ ਜ਼ਰੂਰ ਉਹ ਝੂਠ ਬੋਲਣ ਲੱਗਿਆ ਨਹੀਂ ਵੇਖਣਾ। ਸਾਡੇ ਸ਼ਹੀਦ ਬਾਬੇ ਆਉਂਦੇ ਨੇ ਜੀ, ਸਾਡੀ ਚੌਂਕੀ ਲੱਗਦੀ ਹੈ ਜੀ, ਸਾਡੇ ਪਹਿਰਾ ਜੀ, ਇੰਝ ਜੀ ਉਂਝ ਜੀ, ਬਿਲਕੁਲ ਨਿਰਾ ਹੀ ਝੂਠ। ਇਹ ਕੋਈ ਭੂਤ ਪ੍ਰੇਤ ਥੋੜ੍ਹੋ ਨੇ। ਤੋ ਗੁਰੂ ਮਹਾਰਾਜ ਦੀ ਤਾਂ ਪ੍ਰਕਾਸ਼ ਰੂਪ ਜੋਤ ਹੈ ਜੋ ਸਭਨਾਂ 'ਚ ਸਮਾਈ ਹੋਈ ਹੈ। ਸਾਂਝੇ ਤੌਰ 'ਤੇ ਸਭ ਮੈਂ ਜੋਤ ਜੋਤ ਹੈ ਸੋਏ। ਉਹਦੀ ਜੋਤ ਤੋਂ ਬਗੈਰ ਤਾਂ ਬੰਦਾ ਹੈ ਹੀ ਨਹੀਂ। ਵੜਨਾ ਕੀ ਅਤੇ ਨਿਕਲਣਾ ਕੀ, ਹੈ ਹੀ ਰੱਬ ਦੀ ਜੋਤ। ਮੇਰੇ ਚਾਹ ਆਉਂਦਾ, ਮੇਰੇ ਚਾਹ ਆਉਂਦਾ, ਇਹਦਾ ਮਤਲਬ ਹੀ ਕੋਈ ਨਹੀਂ ਹੈ। ਤੋ ਜੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੈ, ਉਪਦੇਸ਼ ਹੈ, ਤਾਂ ਗੁਰਬਾਣੀ ਦੇ ਵਿੱਚ ਸਮਿਲਿਤ ਹੋਇਆ ਹੈ। ਗੁਰਬਾਣੀ ਦੇ ਮੁਤਾਬਕ ਆਪਦੇ ਜੀਵਨ ਨੂੰ ਟਾਲੀਏ। ਜੋ ਜੀਵਨ ਜਾਚ ਮਹਾਰਾਜ ਨੇ ਦੱਸੀ ਹੈ, ਮਰਯਾਦਾ ਦੱਸੀ ਹੈ, ਉਹਦੇ ਮੁਤਾਬਕ ਚੱਲੀਏ ਤਾਂ ਗੁਰੂ ਸਾਹਿਬ ਦੇ ਦਰ 'ਤੇ ਪ੍ਰਵਾਨ ਹੈ। ਸੋ ਮਹਾਰਾਜ ਫਰਮਾਉਂਦੇ ਹਨ ਕਿ ਇਹ ਗੁਰੂ ਉਪਦੇਸ਼ ਰੂਪ ਸੋਹਿਲਾ ਸੱਚੇ ਗੁਰਾਂ ਨੇ ਕਿਰਪਾ ਕਰਕੇ ਸਰਵਣ ਕਰਵਾਇਆ ਹੈ। ਇਹਦੇ ਤੋਂ ਬਗੈਰ ਇੱਕ ਬਹੁਤੀਆਂ ਹੀ ਗੱਲਾਂ ਮਾਰਦੇ ਨੇ, ਝੂਠੇ ਬਚਨ ਕਰਦੇ ਹਨ। ਕਿਸੇ ਵੀ ਇਨਸਾਨ ਦੀਆਂ ਝੂਠੀਆਂ ਗੱਲਾਂ ਸੁਣ ਕੇ ਉਹਦੇ ਪਿੱਛੇ ਲੱਗਣਾ ਮੁਨਾਸਬ ਨਹੀਂ ਹੈ। ਤੋ ਬੁਰਾ ਨਾ ਮਨਾਇਓ। ਮੈਂ ਕਿਉਂਕਿ ਖੁਦ ਆਪ ਗਿਆ ਹਾਂ ਅਤੇ ਮੈਂ ਜਾ ਕੇ ਉਹਨੂੰ ਪੁੱਛਿਆ ਵੀ ਆ। ਮੈਂ ਕਿਹਾ ਵੀ ਬਾਬਾ, ਤੂੰ ਮੇਰੀ ਮਾਂ ਨੂੰ ਆਪਦੇ ਮਗਰ ਲਾਇਆ ਹੋਇਆ, ਤੂੰ ਦੱਸ ਵੀ ਪਿੱਤੇ 'ਚੋਂ ਪੱਥਰੀ ਕਿਵੇਂ ਐਕਸਰਾ ਦੱਸ ਰਿਹਾ ਵੀ ਪੱਥਰੀ ਇਹਦੇ ਪਿੱਤੇ ਦੇ ਅੰਦਰ ਹੈ। ਤੂੰ ਕਹਿੰਦਾ ਵੀ ਮੈਂ ਪੱਥਰੀ ਕੱਢਤੀ ਆ। ਫਿਰ ਜੇ ਕੱਢਤੀ ਤਾਂ ਹੁਣ ਕਿਵੇਂ ਨਿਕਲੀ? ਮੈਨੂੰ ਕਿਹਾ ਮੇਰੇ ਸਾਹਮਣੇ ਲੈਣ 'ਚ ਲੱਗ ਵੀ ਇੱਕ ਵਾਰੀ ਤਾਂ ਕੱਢਤੀ ਇਹਨੇ। ਅਤੇ ਮੈਂ ਕਿਹਾ ਦੂਜੀ ਵਾਰੀ ਕਿੱਥੋਂ ਨਿਕਲਾਈ ਦੱਸ ਮੈਨੂੰ। ਮੈਂ ਵੀ ਲੈਣ 'ਚ ਲੱਗਾ। ਮੈਂ ਮੈਨੂੰ ਤਾਂ ਕੁਛ ਹੈ ਨਹੀਂ। ਤੂੰ ਕਾਹਦਾ ਬਾਬਾ, ਕਿਉਂ ਝੂਠ ਬੋਲਣਾ? ਅਤੇ ਦੁਨੀਆ ਇੰਨੀ ਕਮਲੀ ਹੋਈ ਪਈ। ਮੈਂ ਸਾਰਿਆਂ ਨੂੰ ਪੁੱਛਿਆ। ਮੈਂ ਕਿਹਾ ਵੀ ਤੁਸੀਂ ਪਹਿਲੀ ਵਾਰ ਆਏ ਹੋ ਕਿ ਦੂਸਰੀ ਵਾਰ? ਸਾਰੇ ਪਹਿਲੀ ਵਾਰ ਵਾਲੇ। ਇੱਕ ਵਾਰ ਬੰਦਾ ਜਾਏ, ਦੂਜੀ ਵਾਰ ਬਿਲਕੁਲ ਝੂਠ। ਅਤੇ ਇੰਨਾ ਭੀੜ ਭੜੱਕਾ, ਇੰਨੀ ਉੱਥੇ ਪਰੇਸ਼ਾਨੀ, ਇੰਨਾ ਗਰਮੀ। ਆਨੰਦਪੁਰ ਸਾਹਿਬ ਤੋਂ ਗੜ੍ਹ ਸ਼ੰਕਰ ਰੋਡ 'ਤੇ ਬਾਬੇ ਨੇ ਆਪ ਦਾ ਜਗਾੜ ਬਣਾਇਆ। ਸੜਕ 'ਤੇ ਆਪ ਦਾ ਹੀ ਪਲਾਟ ਲੈ ਕੇ ਆਪਦੀ ਪੈਲੀ 'ਚ ਗੁਰਦੁਆਰਾ। ਕਿਆ ਸੋਹਣੀ ਵਧੀਆ ਦੁਕਾਨ ਹੈ, ਚੰਗਾ ਸੋਹਣਾ ਬਾਣਾ ਪਾਇਆ, ਗਾਤਰਾ ਪਾਇਆ, ਨੀਲੀ ਪੱਗ। ਇੰਨੀ ਦੁਨੀਆ ਝੂਠ ਬੋਲਦੀ, ਰੱਬ ਦੇ ਨਾਮ 'ਤੇ ਵੀ ਲੋਕਾਂ ਨਾਲ ਠੱਗੀ ਹੈ। ਆਖੇ ਜੀ ਕੋਈ ਵੀ ਪੱਥਰੀ ਹੈ ਪਿੱਤੇ ਦੀ ਜਾਂ ਕੋਈ ਵੀ ਪੇਟ ਦੀ, ਅਤੇ ਉਹ ਖੜਕਾ ਜਿਹਾ ਕਰਦਾ, ਪਤਾ ਨਹੀਂ ਕੀ ਹੈ ਉਹਦੇ ਕੋਲ, ਭਾਂਡੇ ਜਿਹੇ 'ਚ ਉਹ ਕੱਚ ਜਿਹੇ ਦੇ 'ਚ ਵਿਖਾ ਦਿੰਦਾ ਵੀ ਆਹ ਵੇਖੋ ਜੀ, ਦੋ ਕਿਸੇ ਦੀਆਂ ਚਾਰ। ਅਤੇ ਮੈਂ ਕਿਹਾ ਲਿਆ ਫੜਾ ਤਾਂ ਸਹੀ। ਦਿੰਦਾ ਨਹੀਂ ਕਿਸੇ ਨੂੰ ਵੀ। ਅਤੇ ਉਹ ਪਰਾਂ ਸੁੱਟੀ ਜਾਂਦਾ ਅਤੇ ਦਿਖਾ ਦਿੰਦਾ ਵੀ ਆਹ ਨਿਕਲ ਆਈ ਜੀ, ਕੱਪੜਾ ਜਿਹਾ ਕਰਕੇ। ਨਿਕਲਦੀ ਕਿਸੇ ਦੀ ਵੀ ਨਹੀਂ। ਸਭ ਦੁਨੀਆ ਤਰਾ ਕਰ ਰਹੀ ਹੈ। ਫਿਰ ਤਾਂ ਡਾਕਟਰ ਫੇਲ ਹੋ ਗਏ। ਫਿਰ ਤਾਂ ਹੋਸਪਿਟਲਾਂ ਦੀ ਲੋੜ ਹੀ ਕੋਈ ਨਹੀਂ। ਜੇ ਇਹੋ ਜਿਹੇ ਬਾਬੇ ਅਕਾਲ ਆਸ਼ਰਮ ਬੰਦ ਕਰ ਦਿਓ, ਇੰਨੀਆਂ ਦਵਾਈਆਂ ਬੂਟੀਆਂ ਦੀ ਕਾਹਦੀ, ਮੈਡੀਕਲ ਸਟੋਰਾਂ ਦੀ ਲੋੜ ਹੀ ਕੋਈ ਨਹੀਂ। ਫਿਰ ਤਾਂ ਬਾਬਾ ਹੀ ਬਹਿ ਜੇ। ਕਿਸੇ ਨੂੰ ਪਾਣੀ ਕਰਕੇ ਦੇ ਦਿੱਤਾ, ਕਿਸੇ ਨੂੰ ਲਾਚੀਆਂ ਦੇ ਦਿੱਤੀਆਂ, ਕਿਸੇ ਦੇ ਸਿਰ 'ਚ ਸਵਾਹ ਪਾ ਦਿੱਤੀ, ਕਿਸੇ ਦੇ ਸਿਰ 'ਤੇ ਹੱਥ ਰੱਖਦਾ, ਕਿਸੇ ਤੋਂ ਕੱਪੜਾ ਪਾ ਕੇ ਪੱਥਰੀ ਕੱਢਤੀ। ਬਿਲਕੁਲ ਝੂਠ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਲੋਕ ਰੱਬ ਦੇ ਨਾਮ ਦੇ ਵੀ ਠੱਗੀਆਂ ਮਾਰਦੇ ਨੇ। ਮਨਮੁਖ ਲੋਕ ਤੁਰੇ ਫਿਰਦੇ ਨੇ ਆਪਦੇ ਰੋਟੀ ਪਾਣੀ ਦੇ ਜੁਗਾੜ ਲਈ, ਆਪਦੀ ਰੋਜੀ ਵਾਸਤੇ, ਪੈਸੇ ਕਮਾਉਣ ਵਾਸਤੇ।
ਗੱਲਾਂ ਮਾਰਦੇ ਨੇ ਝੂਠੀਆਂ ਬੱਕੜਵਾਦ ਕਿ ਸਾਨੂੰ ਬੜਾ ਆਨੰਦ ਆਇਆ ਜੀ, ਅਸੀਂ ਤਾਂ ਸੋ ਸੱਚਖੰਡ ਦੇ ਅਧਿਕਾਰੀ ਹਾਂ ਜੀ, ਸਾਨੂੰ ਤਾਂ ਰੱਬ ਮਿਲਿਆ ਹੋਇਆ ਹੈ ਜੀ। ਗੱਲੀ ਕਿਨੈ ਨ ਪਾਇਆ, ਪਰ ਗੱਲਾਂ ਕਰਕੇ ਅੱਜ ਤੱਕ ਕਿਸੇ ਨੇ ਵੀ ਆਤਮਿਕ ਆਨੰਦ ਜਾਂ ਰਸ ਨੂੰ ਨਹੀਂ ਪਾਉਣਾ ਕੀਤਾ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਹੜਾ ਸੋਹਲਾ ਆਨੰਦ ਸਾਹਿਬ ਦਾ ਹੈ, ਇਹ ਜਿਹੜਾ ਮਹਾਰਾਜ ਦਾ ਸ਼ਬਦ ਉਪਦੇਸ਼ ਹੈ ਜਾਂ ਸੋਹਿਲਾ ਜਸ ਦਾ ਇੱਕ ਉਪਦੇਸ਼ ਹੈ ਜਾਂ ਗੁਰੂ ਉਪਦੇਸ਼ ਰੂਪ ਸੋਹਿਲਾ ਹੈ। ਸਤਿਗੁਰੂ ਸੁਣਾਇਆ, ਇਹ ਸੱਚੇ ਗੁਰੂ ਨੇ ਕਿਰਪਾ ਕਰਕੇ ਸੁਣਾਉਣਾ ਕੀਤਾ ਹੈ। ਪਵਿੱਤ ਹੋਏ ਸੇ ਜਨਾ, ਉਹ ਮਹਾਤਮਾ ਜਨ ਤਿੰਨਾਂ ਲੋਕਾਂ 'ਚ ਪਵਿੱਤਰ ਹੋਏ ਹਨ, ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਆਰਾਧਨਾ ਕੀਤਾ ਹੈ। ਆਰਾਧਨਾ ਆਰਾਧਨਿਕਾ, ਹਰ ਹਰ ਨਾਮ ਆਰਾਧਨਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾਏ। ਹਰ ਧਿਆਇਆ ਪਵਿੱਤ ਹੋਏ, ਸੋ ਉਹ ਮਹਾਤਮਾ ਜਨ ਤਿੰਨਾਂ ਲੋਕਾਂ 'ਚ ਪਵਿੱਤਰ ਹੋਏ ਹਨ। ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਨੇ ਗੁਰਮੁਖ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਨੇ ਭੂਤ ਕਾਲ ਵਿੱਚ ਪਰਮੇਸ਼ਰ ਨੂੰ ਧਿਆਉਣਾ ਕੀਤਾ ਸੀ ਪਿੱਛੇ, ਧਰੂ ਪ੍ਰਹਿਲਾਦ ਵਰਗੇ ਪਵਿੱਤਰ ਹੋਏ, ਅਤੇ ਜਿਨ੍ਹਾਂ ਨੇ ਹੁਣ ਵਰਤਮਾਨ ਸਮੇਂ 'ਚ ਗੁਰਾਂ ਦੁਆਰਾ ਗੁਰਮੁਖ ਬਣ ਕੇ ਪਰਮੇਸ਼ਰ ਨੂੰ ਧਿਆਇਆ, ਉਹ ਵੀ ਪਵਿੱਤਰ ਹੋਏ ਹਨ। ਜਾਂ ਇਸੇ ਪ੍ਰਕਾਰ ਹਰ ਧਿਆਇਆ ਪਵਿੱਤ ਹੋਏ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ, ਉਹ ਪਵਿੱਤਰ ਹੋਏ ਹਨ। ਗੁਰਮੁਖ ਜਿਨੀ ਧਿਆਇਆ, ਪਰ ਜਿਨ੍ਹਾਂ ਨੇ ਮੁਖੀ ਗੁਰਾਂ ਦੀ ਸ਼ਰਨ ਪਾ ਕੇ ਧਿਆਇਆ, ਉਹਨਾਂ ਦਾ ਧਿਆਉਣਾ ਸਹਿਤ ਗਿਆਨ ਫਲਦੇ ਹੈ। ਜਿਵੇਂ ਆਪਾਂ ਤਾਂ ਧਿਆਉਂਦੇ ਹਾਂ ਰੱਬ ਨੂੰ ਪਾਉਣ ਵਾਸਤੇ, ਪਰ ਵੇਖੋ ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ, ਉਹਨਾਂ ਦੇ ਵਰ ਨਾਲ ਛੇਵੇਂ ਪਾਤਸ਼ਾਹ ਪ੍ਰਗਟ ਹੋਏ, ਪਰ ਉਹਨਾਂ ਭਗਤੀ ਨਹੀਂ ਛੱਡੀ। ਸਾਰੀ ਉਮਰ ਬਾਬਾ ਬੁੱਢਾ ਸਾਹਿਬ ਜੀ ਭਗਤੀ ਕਰਦੇ ਰਹੇ, ਬੰਦਗੀ ਕਰਦੇ ਰਹੇ, ਗੁਰੂ ਘਰ ਦੀ ਸੇਵਾ ਕਰਦੇ ਰਹੇ। ਇੱਕ ਤਾਂ ਯਤਨ ਹੈ ਪਤੀ ਦੀ ਪ੍ਰਾਪਤੀ ਲਈ, ਪਰ ਅਸਲੀ ਸੇਵਾ ਦਾ ਆਨੰਦ ਤਾਂ ਧਰਮ ਸੁਪਤਨੀ ਬਣ ਕੇ ਬੀਬੀ ਨੂੰ ਪਤੀ ਪਰਮੇਸ਼ਰ ਜਾਣ ਕੇ ਉਹਦੇ ਘਰ ਵਿੱਚ ਰਹਿ ਕੇ ਸੇਵਾ ਕਰਨ ਦਾ ਆਨੰਦ ਬਾਅਦ ਵਿੱਚ ਆਉਂਦਾ। ਇਉਂ ਪਾ ਕੇ ਵੀ ਜਿਹੜਾ ਹੈ ਉਹ ਸੇਵਾ ਕਰੀ ਦੀ, ਸਿਮਰਨ ਕਰੀਦਾ। ਤੋ ਮਹਾਰਾਜ ਨੂੰ ਪ੍ਰਾਪਤ ਕਰਕੇ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਨੇ ਸਾਧ ਸੰਗਤ ਜੀ ਉਹ ਧਿਆਉਣਾ ਕੀਤਾ। ਉਹਨਾਂ ਦਾ ਧਿਆਉਣਾ ਸਹਿਤ ਫਲਦੇ ਹੈ। ਉਹਨਾਂ ਦੀ ਸੰਗਤ ਕਰਨ ਵਾਲੇ ਸਾਰੇ ਜਗਿਆਸੂ ਜਨ ਵੀ ਪਵਿੱਤਰ ਹੋਏ ਹਨ। ਗੁਰਮੁਖ ਜਿਨੀ ਧਿਆਇਆ, ਜਿਨ੍ਹਾਂ ਗੁਰਮੁਖ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਬਿਧੀ ਚੰਦ ਜੀ ਵਰਗੇ ਗੁਰਾਂ ਦੀ ਸ਼ਰਨ ਪੈ ਕੇ ਉਹਨਾਂ ਨੇ ਧਿਆਉਣਾ ਕੀਤਾ, ਉਹਨਾਂ ਦਾ ਬ੍ਰਹਮ ਗਿਆਨ ਸਫਲ ਹੈ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਓ, ਉਹਨਾਂ ਦੀ ਮਾਂ ਵੀ ਪਵਿੱਤਰ ਹੈ, ਉਹਨਾਂ ਦਾ ਪਿਓ ਵੀ ਪਵਿੱਤਰ ਹੈ, ਅਤੇ ਉਹ ਇਸਤਰੀ ਤੋਂ ਵਧੇ ਪਰਿਵਾਰ ਸੰਯੁਕਤ ਆਪਣੇ ਸੰਬੰਧੀਆਂ ਦੇ ਸਮੇਤ ਪਵਿੱਤਰ ਹਨ। ਪਵਿੱਤ ਸੰਗਤ ਸਬਾਈਆ, ਪਰ ਉਹਨਾਂ ਦੀ ਸੰਗਤ ਕਰਨ ਵਾਲੀਆਂ ਸਾਰੀਆਂ ਰੂਹਾਂ ਵੀ ਪਵਿੱਤਰ ਹੋ ਜਾਂਦੀਆਂ ਹਨ। ਇਸੇ ਪ੍ਰਕਾਰ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਓ, ਉਹਨਾਂ ਦੀ ਖਿਮਾ ਰੂਪ ਮਾਤਾ, ਸੰਤੋਖ ਰੂਪ ਪਿਤਾ, ਸ਼ਾਂਤੀ ਰੂਪ ਇਸਤਰੀ ਜਾਂ ਦੇਵੀ ਗੁਣਾ ਰੂਪ ਪਰਿਵਾਰ ਦੇ ਸਹਿਤ ਪਵਿੱਤਰ ਭਾਵ ਸਫਲੇ ਹਨ। ਪਵਿੱਤ ਸੰਗਤ ਸਬਾਈਆ, ਔਰ ਉਹਨਾਂ ਦੀ ਸੰਗਤ ਕਰਨ ਵਾਲੀ ਸਾਰੀ ਜੋ ਜਗਿਆਸੂ ਸੰਗਤ ਹੈ, ਉਹ ਜਗਿਆਸੂ ਜਨ ਵੀ ਪਵਿੱਤਰ ਹੋਏ ਹਨ। ਕਿਉਂਕਿ ਉਹਨਾਂ ਗੱਲਾਂ ਨਹੀਂ ਕਰਨੀਆਂ। ਸਾਡੇ ਕੋਲ ਕੋਈ ਬੈਠੇ, ਆਪਾਂ ਭਲਾ ਕੀ ਪੁੱਛਦੇ ਹਾਂ, ਤੂੰ ਕੰਮ ਕੀ ਕਰਦਾ?
ਬਾਹਰਲੀ ਕੰਟਰੀ 'ਚ ਸਭ ਤੋਂ ਜ਼ਿਆਦਾ ਗੁੱਸਾ ਕੰਮ ਪੁੱਛਣ ਵਾਲੇ 'ਤੇ ਹੁੰਦਾ ਵੀ ਤੈਨੂੰ ਕੀ। ਅਸੀਂ ਭਾਵੇਂ ਕਿਸੇ ਘਰ ਲੀਰਾਂ ਫੇਰਦੀ ਹੋਈਏ, ਬਾਹਰ ਇਹੀ ਕੰਮ ਹੈ। ਭਾਵੇਂ ਗੰਢੇ ਪੁੱਟਦੀ ਹੋਈਏ, ਭਾਵੇਂ ਆਲੂ ਬੀਜਦੀ ਹੋਈਏ, ਤੈਨੂੰ ਕੀ। ਇਹ ਕੰਮ ਪੁੱਛਣਾ ਇੱਕ ਬੇਇੱਜ਼ਤੀ ਮੰਨਦੇ ਨੇ। ਜੋਬ ਕਰਦੇ ਹਾਂ ਜੀ, ਜਿਹੜੀ ਮਰਜ਼ੀ ਜੋਬ ਹੈ, ਆਪਦੀ ਕਿਰਤ ਹੈ। ਮਹਾਰਾਜ ਦਾ ਹੁਕਮ ਹੈ ਵੀ ਕੰਮ ਕਰਕੇ ਕਿਰਤ ਕਰਕੇ ਛਕਣਾ ਹੈ। ਇਹਦਾ ਮਤਲਬ ਹੀ ਨਹੀਂ ਕੰਮ ਪੁੱਛਣ ਦਾ। ਫਿਰ ਤੈਨੂੰ ਪੈਸੇ ਕਿੰਨੇ ਮਿਲਦੇ ਨੇ, ਕਿੰਨਾ ਹੋਸ਼ਾ ਪਾਉਣਾ, ਤੈਨੂੰ ਬਚਦਾ ਕਿੰਨਾ ਹੈ, ਕਿਰਾਇਆ ਕਿੰਨਾ ਲੱਗਦਾ। ਕਿੰਨੀਆਂ ਥੋਥੀਆਂ ਗੱਲਾਂ ਨੇ ਔਰ ਬਿਲਕੁਲ ਫੋਕੀਆਂ। ਐਸੇ ਬਚਨਾਬਾ ਕਰਦੇ ਹਾਂ। ਕਿੰਨੀ ਕਮਾਈ ਹੁੰਦੀ ਹੈ, ਕੀ ਕੁਛ ਹੈ, ਬਿਲਕੁਲ ਫਜ਼ੂਲ ਦੀਆਂ ਬਾਤਾਂ। ਤੋ ਇਹ ਗੱਲ ਸਹੀ ਹੈ ਵੀ ਸਿਹਤ ਸਹੀ ਹੈ, ਬਾਲ ਬੱਚਾ ਸਹੀ ਹੈ। ਉਸ ਤੋਂ ਬਾਅਦ ਜੋ ਗੁਰਮੁਖ ਨੇ ਉਹ ਨਾਮ ਦੀ ਗੱਲ ਕਰਦੇ ਨੇ ਵੀ 5 ਬਾਣੀਆਂ ਪੜ੍ਹੀਆਂ, ਅੱਜ ਨਹੀਂ ਪੜ੍ਹੀਆਂ। ਕਿੰਨੇ ਦਿਨ ਹੋ ਗਏ? ਇੰਨੇ ਦਿਨ ਹੋ ਗਏ। ਸੁਖਮਨੀ ਸਾਹਿਬ ਦਾ ਪਾਠ ਕੀਤਾ ਨਹੀਂ। ਜਿਹੜਾ ਜ਼ਬਾਨੀ ਯਾਦ ਹੋਇਆ ਸੀਗਾ ਉਹ ਭੁੱਲ ਗਿਆ ਕਿ ਯਾਦ ਹੈ? ਭੁੱਲ ਗਿਆ ਜੀ, ਕੀਤਾ ਹੀ ਨਹੀਂ ਕਦੀ। ਸੋ ਕਿੰਨਾ ਚਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁੰਦਾ? 2.5 ਘੰਟੇ ਕਰਦੇ ਹੋ? ਨਹੀਂ ਜੀ। ਤੋ ਇਸ ਵਾਸਤੇ ਜੇ ਕਰਦੇ ਹਾਂ ਤਾਂ ਬਿਰਤੀ ਜੁੜਦੀ ਹੈ, ਮਨ ਜੁੜਦਾ, ਚੱਲਦਾ ਹੈ ਆਪਣੇ ਆਪ। ਕਦੀ ਅਸੀਂ ਇਸ ਤਰ੍ਹਾਂ ਦੇ ਭਜਨ ਇੱਕ ਦੂਜੇ ਨਾਲ ਸਾਂਝੇ ਨਹੀਂ ਕਰਾਂਗੇ। ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ। ਸੇਵਾ ਕਿੰਨੀ ਕਰਦੇ ਆ, ਸਿਮਰਨ ਕਿੰਨਾ ਕਰਦੇ ਆ। ਸੋ ਗੁਰਸਿੱਖੀ ਰਸਤੇ ਆਪਾਂ ਕਿੰਨਾ ਕੁ ਸਮਾਂ ਕੱਢਦੇ ਹਾਂ ਚੱਲਣ ਵਾਸਤੇ। ਇਸ ਤਰ੍ਹਾਂ ਦੇ ਬਚਨ ਜੇ ਹੋਣ ਤਾਂ ਸਾਡੀ ਤਰੱਕੀ ਹੋਵੇ, ਆਤਮਿਕ ਸੋ ਸਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮਹਾਰਾਜ ਕਹਿੰਦੇ ਨੇ ਜੋ ਗੁਰਮੁਖਾਂ ਦੀ ਸੰਗਤ ਹੈ ਉਹ ਇਸ ਕਰਕੇ ਪਵਿੱਤਰ ਹੈ ਕਿਉਂਕਿ ਉਹਨੇ ਭਗਤੀ ਸਹਿਤ ਗਿਆਨ ਦੇ ਬਚਨ ਕਰਕੇ ਤੇ ਦੂਜਿਆਂ ਨੂੰ ਤਰੱਕੀ ਵੱਲ ਤੋਰਨਾ ਹੈ। ਕਹਿੰਦੇ ਪਵਿੱਤਰ ਸੁਣਦੇ ਪਵਿੱਤਰ। ਜੋ ਨਾਮ ਅੰਮ੍ਰਿਤ ਨੂੰ ਕਹਿਣ ਵਾਲੇ ਹਨ ਉਹ ਪਵਿੱਤਰ ਹਨ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਸੁਣਨ ਵਾਲੇ ਨੇ ਉਹ ਵੀ ਪਵਿੱਤਰ ਨੇ। ਤੇ ਮਹਾਰਾਜ ਨੇ ਆਖਿਆ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਕਹਤੇ ਪਵਿੱਤ ਸੁਣ ਤੇ ਸਭ ਧਨ। ਕਹਿਣ ਵਾਲੇ ਪਵਿੱਤਰ ਨੇ, ਬੈਠ ਕੇ ਸੁਣਨ ਵਾਲੇ ਧਨ ਹਨ। ਕਿਉਂਕਿ ਮੈਂ ਨਹੀਂ ਸੁਣ ਸਕਦਾ, ਸੁਣਨਾ ਬੜਾ ਔਖਾ ਹੈ ਬੈਠ ਕੇ। ਪਹਿਲੀ ਗੱਲ ਤਾਂ ਨੀਂਦਰੀ ਆ ਜਾਏਗੀ, ਦੂਸਰੀ ਗੱਲ ਮਨ ਨਹੀਂ ਟਿਕੇਗਾ। ਜੇ ਮਨ ਟਿਕਿਆ ਤੇ ਉਸੇ ਵਕਤ ਹੀ ਨੇਤਰ ਬੰਦ। ਤੇ ਇਸ ਵਾਸਤੇ ਬੈਠ ਕੇ ਸੁਣਨਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਵੀ ਸੁਣਨ ਵਾਲੇ ਧਨ ਹਨ। ਜਿਹੜਾ ਕਹਿਣ ਵਾਲਾ ਹੈ ਉਹਦੀ ਡਿਊਟੀ ਤਾਂ ਅੱਧਾ ਘੰਟਾ ਜਾਂ ਪੌਣਾ ਘੰਟਾ ਹੈ। ਉਹਨੇ ਆਪਦਾ ਬੋਲ ਕੇ ਤੁਰ ਜਾਣਾ। 10ਵੀਂ ਵਾਲੇ ਦਿਨ ਵੇਖੋ ਤੁਸੀਂ, ਜਿਉਂ ਸਵੇਰ ਤੋਂ ਸ਼ਾਮ ਤੱਕ ਕਹਿਣ ਵਾਲੇ ਤਾਂ ਬਦਲਦੇ ਰਹਿੰਦੇ ਨੇ। ਲੋਕ ਅਖੰਡ ਪਾਠ ਰਖਾਉਂਦੇ, ਸਹਿਜ ਪਾਠ ਰਖਾਉਂਦੇ, ਪਾਠੀ ਬਦਲਦਾ ਹੈ। ਪਰ ਪਰਿਵਾਰ 'ਤੇ ਦੋਸ਼ ਹੁੰਦਾ ਵੀ ਬਹਿ ਕੇ ਸੁਣਦੇ ਨਹੀਂ। ਕਿੰਨਾ ਔਖਾ ਹੈ ਸੁਣਨਾ ਫੁੱਲ ਟਾਈਮ। ਸੋ ਸਾਰੇ ਦੀਵਾਨ ਨੂੰ ਅਟੈਂਡ ਕਰਨਾ, ਬੈਠ ਕੇ ਸੁਣਨਾ ਤਾਂ ਫਿਰ ਕਠਿਨ ਹੀ ਹੈ ਨਾ। ਫਿਰ ਉਹ ਤਾਂ ਧਨ ਹੀ ਹੋਏ ਲੋਕ ਜਿਨ੍ਹਾਂ ਸਾਰੇ ਪ੍ਰਚਾਰਕਾਂ ਨੂੰ, ਕਥਾ ਕੀਰਤਨ ਨੂੰ ਉਹਨਾਂ ਦੁਆਰਾ ਸੁਣਿਆ, ਜਾਂ ਪੂਰੇ ਅਖੰਡ ਪਾਠ ਨੂੰ ਜਾਂ ਸਹਿਜ ਪਾਠ ਨੂੰ ਬਹੁਤਾ ਸਮਾਂ ਬੈਠ ਕੇ ਸੁਣਿਆ। ਧਨ ਹੀ ਨੇ। ਕਹਿਣ ਵਾਲੇ ਨਾਲੋਂ ਸੁਣਨ ਵਾਲਾ ਧਨ ਹੈ। ਇਸ ਲਈ ਮਹਾਰਾਜ ਨੇ ਪਵਿੱਤਰ 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 ਪੁਨੀਤ ਆਖਿਆ ਹੈ। ਕਹਿਣ ਵਾਲਾ ਪਵਿੱਤਰ ਹੈ, ਸੁਣਨ ਵਾਲਾ ਪੁਨੀਤ ਹੈ। 3 ਗੁਣਾ ਵੱਧ ਫਲ। ਕਹਿਤੇ ਪਵਿੱਤ, ਸੁਣ ਤੇ ਸਭ ਧਨ। ਤੇ ਸਭ ਤੋਂ ਜ਼ਿਆਦਾ ਔਖਾ ਜੇ ਕੋਈ ਦੁਨੀਆ 'ਚ ਕੰਮ ਨੂੰ ਪੁੱਛੇ ਤੇ ਮੈਂ ਇਹੀ ਕਹਾਂਗਾ ਕਿ ਗੁਰਬਾਣੀ ਲਿਖਣੀ। ਗੁਰਬਾਣੀ ਦੇ ਅਰਥ ਲਿਖਣੇ ਸਭ ਤੋਂ ਔਖੇ ਕਠਿਨ ਹਨ। ਨਿੱਕੀ ਜਿਹੀ ਵੀ ਗਲਤੀ ਰਹਿ ਜਾਏ, ਗਲਤੀ ਰਹਿਣੀ ਨਹੀਂ ਚਾਹੀਦੀ, ਗਲਤੀ ਤਾਂ ਗਲਤੀ ਹੈ। ਅਤੇ ਬਾਣੀ ਦੀ ਗਲਤੀ ਇੱਕ ਬੱਜਰ ਗਲਤੀ ਹੈ। ਪਰ ਛੋਟੀ ਜਿਹੀ ਵੀ ਗਲਤੀ ਰਹਿ ਜਾਏ ਤਾਂ ਬੰਦੇ ਦੀ ਰੇਲ ਬਣ ਜਾਂਦੀ। ਮੈਨੂੰ ਸਿੰਘਾਂ ਬਾਹਰ ਘੇਰ ਲਿਆ, ਮੈਨੂੰ ਕਹਿੰਦੇ ਵੀ ਤੂੰ ਜਾਪ ਦੀਆਂ ਡੰਡੀਆਂ ਕੱਟੀਆਂ ਕਿੱਥੋਂ ਵੇਖ ਕੇ ਕੱਟੀਆਂ? ਕਰਤਾਰਪੁਰ ਦੀ ਬੀੜ ਨੂੰ ਵੇਖਿਆ, ਦਰਸ਼ਨ ਕੀਤੇ ਨੇ ਮਹਾਰਾਜ ਦੀ ਬੀੜ ਦੇ? ਮੈਂ ਕਿਹਾ ਜੀ ਨਹੀਂ। ਫਿਰ ਕਿੱਥੋਂ ਵੇਖ ਕੇ ਕੱਟੀਆਂ? ਮੈਂ ਕਿਹਾ ਜੀ ਕਦੋਂ ਨਹੀਂ ਦੇਖੀਆਂ। ਫਿਰ ਕਹਿੰਦੇ ਕੱਟੀਆਂ ਕਿਉਂ?
ਆਪਦੀ ਮਰਜ਼ੀ ਨਾਲ ਕੱਟਣ ਦਾ ਕੀ ਮਕਸਦ ਹੋਇਆ। ਤੋ ਆ ਹੁਣ ਪਵਾਈਆਂ ਨੇ, ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ 'ਚ ਅਸੀਂ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਮੰਨਦੇ ਹਾਂ। ਡੰਡੀਆਂ ਜਾਪ ਨੂੰ ਵੱਖਰਾ ਕਰਦੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸਰੂਪ 'ਚ ਡੰਡੀਆਂ ਦਰਸ਼ਨ ਕਰਨ ਨੂੰ ਮਿਲਦੀਆਂ। ਇਹ ਹੁਣ ਗੁਰੂ ਗੋਬਿੰਦ ਸਿੰਘ ਨੂੰ ਪਤਾ, ਜਿਨ੍ਹਾਂ ਭਾਈ ਮਨੀ ਸਿੰਘ ਪਾਸੋਂ ਸਰੂਪ ਲਿਖਵਾਇਆ, ਜਾਂ ਪੰਜਵੇਂ ਪਾਤਸ਼ਾਹ ਨੂੰ ਪਤਾ ਵੀ ਸਹੀ ਕੀ ਹੈ ਅਤੇ ਕਿਸ ਤਰ੍ਹਾਂ ਸ਼ੁੱਧ ਹੈ। ਤੋ ਇਸ ਤਰ੍ਹਾਂ ਸੈਂਚੀਆਂ ਦੇ ਵਿੱਚ ਅਨੇਕ ਪ੍ਰਕਾਰ ਦੇ ਭਿੰਨ ਭੇਦ ਹਨ, ਕੋਈ ਡਿਸੀਜਨ ਨਹੀਂ ਲੈ ਸਕਦਾ। ਪਾਠ ਅਤੇ ਪਾਠ ਅੰਤਰ ਦੋ ਬਚਨ ਲਿਖ ਦਈਦੇ ਵੀ ਆਹ ਮੁੱਖ ਪਾਠ ਹੈ, ਆਹ ਪਠੰਤਰ ਹੈ। ਸਹੀ ਜਾਂ ਗਲਤ ਨਹੀਂ ਕਹਿ ਸਕਦੇ, ਸਭ ਕੁਝ ਹੀ ਸਹੀ ਹੈ। ਜਿਹਨੂੰ ਸੰਥਿਆ ਕਰਾਈਏ ਇਹੀ ਬੇਨਤੀ ਕਰੀਦੀ ਹੈ ਵੀ ਕਦੀ ਇਹ ਬੋਲ ਨਹੀਂ ਬੋਲਣਾ ਵੀ ਫਲਾਣਾ ਉਚਾਰਨ ਗਲਤ ਹੈ ਜਾਂ ਫਲਾਣਾ ਪਾਠ ਗਲਤ ਲਿਖਿਆ। ਸਭ ਕੁਝ ਹੀ ਸਹੀ ਹੈ। ਤੋ ਇਸ ਵਾਸਤੇ ਜਿਸ ਤਰ੍ਹਾਂ ਕਿਸੇ ਦੀ ਸਮਝ ਹੈ ਉਸੇ ਤਰ੍ਹਾਂ ਹੀ ਸਹੀ ਹੈ, ਜਿੰਨਾ ਮਹਾਰਾਜ ਨੇ ਸਮਝ ਦਿੱਤੀ ਹੈ। ਤੋ ਇਸ ਤਰੀਕੇ ਦੇ ਨਾਲ ਇਹ ਸੱਚੇ ਪਾਤਸ਼ਾਹ ਸੋ ਮਹਾਰਾਜ ਫਰਮਾਉਂਦੇ ਹਨ, ਕਹਦੇ ਪਵਿੱਤਾ ਸੁਣਦੇ ਪਵਿੱਤਾ। ਮੈਂ ਬੇਨਤੀ ਕਰ ਰਿਹਾ ਸੀ ਕਿ ਕਹਿਣ ਵਾਲੇ ਪਵਿੱਤਰ ਨੇ, ਸੁਣਨ ਵਾਲੇ ਧਨ ਨੇ, ਤੇ ਲਿਖਤੀ ਕੁਲ ਤਾਰਿਆ ਜੀਓ। ਜਿਹੜਾ ਲਿਖਦਾ ਹੈ ਗੁਰਬਾਣੀ ਨੂੰ ਉਹਦੀਆਂ ਤਾਂ ਮਹਾਰਾਜ ਕੁਲਾਂ ਤਾਰ ਦਿੰਦਾ, ਕਿਉਂਕਿ ਲਿਖਣਾ ਸਭ ਤੋਂ ਜ਼ਿਆਦਾ ਔਖਾ ਹੈ। ਸੇ ਪਵਿੱਤਾ ਜਿਨੀ ਮਨ ਵਸਾਇਆ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਮਨ ਦੇ ਵਿੱਚ ਹਿਰਦੇ 'ਚ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਨਾਮ ਨੂੰ ਵਸਾਇਆ, ਉਹ ਤਾਂ ਪਵਿੱਤਰ ਹੀ ਪਵਿੱਤਰ ਹਨ। ਕਹੈ ਨਾਨਕ ਸੇ ਪਵਿੱਤ। ਸਤਿਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਉਹ ਪੁਰਖ ਤਿੰਨਾਂ ਲੋਕਾਂ 'ਚ ਪਵਿੱਤਰ ਹਨਗੇ। ਜਿਨੀ ਗੁਰਮੁਖ ਹਰ ਹਰ ਧਿਆਇਆ। ਜਿਨ੍ਹਾਂ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ, ਅਰਾਧਨਾ ਕੀਤਾ ਹੈ। ਕਰਮੀ ਸਹਿਜ ਨ ਉਪਜੈ। ਸਕਾਮ ਕਰਮਾਂ ਦੇ ਕਰਨੇ ਕਰਕੇ ਹਿਰਦੇ 'ਚ ਗਿਆਨ ਪੈਦਾ ਨਹੀਂ ਹੁੰਦਾ ਹੈ। ਸੋ ਜਿਹੜੇ ਕਾਮਨਾ ਵਾਲੇ ਕਰਮ ਨੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਗਿਆਨ ਤਾਂ ਨਿਸ਼ਕਾਮੀਆਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਵੈਣ ਸਹਿਜੈ ਸਹਿਸਾ ਨਾ ਜਾਏ। ਗਿਆਨ ਤੋਂ ਬਗੈਰ ਪ੍ਰਮਾਣਗਤ ਪ੍ਰਮੇਯਗਤ ਆਦਿਕ ਸੰਸਾ ਨਹੀਂ ਜੇ ਜਾਂਦਾ। ਨਹਿ ਜਾਏ ਸਹਿਸਾ ਕਿਤੈ ਸੰਜਮ। ਹੋਰ ਕਿਸੇ ਵੀ ਸਾਧਨ ਨਾਲ ਪ੍ਰਮਾਣਗਤ ਸੰਸਾ ਨਹੀਂ ਜਾਂਦਾ। ਰਹੇ ਕਰਮ ਕਮਾਏ। ਪਿਛਲੇ ਯੁੱਗਾਂ 'ਚ ਵੀ ਬੇਅੰਤ ਲੋਕ ਕਰਮ ਕਮਾ ਕੇ ਰਹਿ ਚੁੱਕੇ ਨੇ, ਯੱਗ ਆਦਿਕ, ਦਾਨ ਪੁੰਨ ਆਦਿਕ। ਸਹਿਸਾ ਜਿਉ ਮਲੀਨ ਹੈ। ਸੰਸਿਆਂ ਕਰਕੇ ਜੀਵ ਦਾ ਹਿਰਦਾ ਮਲ ਵਿਖੇਪ ਦੇ ਸਹਿਤ ਮੈਲਾ ਹੈ। ਕਿਤ ਸੰਜਮ ਧੋਤਾ ਜਾਏ। ਇਹ ਸਾਧਨ ਦੇ ਨਾਲ ਸਾਫ ਸਵੱਛ ਕੀਤਾ ਜਾਵੇ ਭਾਈ। ਮਨ ਧੋਵਹੁ ਸ਼ਬਦ ਲਾਗਹੁ। ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਪਰ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਮਹਾਰਾਜ ਉੱਤਰ ਦਿੰਦੇ ਕਿ ਗੁਰੂ ਉਪਦੇਸ਼ ਵਿੱਚ ਪ੍ਰੀਤੀ ਲਗਾ ਕੇ ਆਪਦੇ ਮਨ ਨੂੰ, ਹਿਰਦੇ ਨੂੰ ਧੋਣਾ ਕਰੋ, ਸਾਫ਼ ਕਰੋ। ਜਿਵੇਂ ਬਾਹਰੀ ਇਸ਼ਨਾਨ ਜ਼ਰੂਰੀ ਹੈ, ਬਸਤਰ ਸਾਫ਼ ਪਾ ਕੇ ਗੁਰੂ ਘਰ ਆਉਣਾ ਜ਼ਰੂਰੀ ਹੈ, ਇੰਝ ਹੀ ਜਿਹੜਾ ਨਹਾਵੇ ਇਹਨਾਂ ਨੂੰ ਆਪਾਂ ਕਿੰਨਾ ਮਾੜਾ ਕਹਿੰਦੇ ਹਾਂ। ਤੋ ਜਿਹੜਾ ਮਨ ਦਾ ਇਸ਼ਨਾਨ ਨਾ ਕਰਾਏ, ਯਾਨੀ ਜਪਜੀ ਸਾਹਿਬ ਦਾ ਪਾਠ ਨਾ ਕਰੇ, ਜਾਂ ਸੰਗਤ ਦੀ ਬਾਰਿਸ਼ ਵਿੱਚ ਆ ਕੇ ਆਪਦੇ ਮਨ ਨੂੰ ਧੋਵੇ ਨਾ, ਤਾਂ ਫਿਰ ਉਹ ਕਿਵੇਂ ਚੰਗਾ ਹੋਏਗਾ। ਇਸ ਲਈ ਮਨ ਨੂੰ ਵੀ ਧੋਵੋ ਭਾਈ, ਸਤਿਗੁਰੂ ਦੇ ਸ਼ਬਦ ਵਿੱਚ ਪ੍ਰੀਤੀ ਲਗਾ ਕੇ ਧੋਣਾ ਕਰੋ। ਹਰਿ ਸਿਉ ਰਹੋ ਚਿਤ ਲਾਏ। ਹਰੀ ਪ੍ਰਮਾਤਮਾ ਦੇ ਨਾਮ ਨਾਲ ਹਰ ਵਕਤ ਚੇਤੀ ਬਿਰਤੀ ਲਾ ਕੇ ਰਹਿਣਾ ਕਰੋ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਸਤਿਗੁਰੂ ਜੀ ਕਹਿੰਦੇ, ਕਥਨ ਕਰਦੇ ਕਿ ਜਦ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ
ਤਦ ਹਿਰਦੇ ਵਿੱਚ ਗਿਆਨ ਪੈਦਾ ਹੋਵੇਗਾ। ਏਹ ਸੈਸਾ ਇਵ ਜਾਏ। ਪੁਰਾਤਨ ਸਰੂਪਾਂ ਦੇ ਸੈਂਚੀਆਂ 'ਚ ਇਹ ਦੇ ਹਾਹੇ ਨੂੰ ਔਂਕੜ ਨਹੀਂ ਹੁੰਦਾ ਸੀਗਾ, ਪਰੰਤੂ ਅੱਜ ਕੱਲ੍ਹ ਨਵੀਨ ਸਰੂਪ ਜਾਂ ਸੈਂਚੀਆਂ ਦੇ ਹਾਹੇ ਨੂੰ ਔਂਕੜ ਹੈ, ਜੋ ਅਸ਼ੁੱਧ ਹੈ ਜਾਂ ਪਠੰਤਰ ਭੇਦ ਹੈ। ਬਿਨਾਂ ਔਂਕੜ ਤੋਂ ਇਹ ਹਾਹਾ ਮੁਕਤਾ ਹੀ ਹੈ। ਇਹ ਸਹਿਸਾ ਇਵ ਜਾਏ ਇਉਂ। ਸੋ ਇਹ ਜਿਹੜਾ ਸਹਿਸਾ ਸੰਸਾ ਹੈ, ਸਾਧ ਸੰਗਤ ਜੀਓ, ਜਦ ਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਹਿਰਦੇ ਵਿੱਚ ਗਿਆਨ ਪੈਦਾ ਹੋਣ ਤੋਂ ਪ੍ਰਮਾਣਗਤ ਸੰਸਾ ਇਸ ਤਰ੍ਹਾਂ ਚਲਿਆ ਜਾਂਦਾ ਹੈ, ਪਰਮੇਗਤ ਸੰਸਾ ਚਲਿਆ ਜਾਂਦਾ। ਸੰਸੇ ਦਾ ਮਤਲਬ ਕੀ ਹੈ? ਪ੍ਰਸ਼ਨ, ਮਨ ਵਿੱਚ ਭਰਮ। ਗੁਰਦੁਆਰੇ ਐਂਟਰ ਹੁੰਦਿਆਂ ਸਾਰੀ ਸਾਡੇ ਮਨ ਵਿੱਚੋਂ ਪ੍ਰਸ਼ਨ ਖਤਮ ਹੋਣੇ ਚਾਹੀਦੇ ਨੇ, ਸੰਸੇ ਖਤਮ ਹੋਣੇ ਚਾਹੀਦੇ। ਜੇ ਮਨ ਵਿੱਚ ਪ੍ਰਸ਼ਨ ਉੱਠਦੇ ਨੇ, ਸੰਸੇ ਬਣੇ ਨੇ, ਤਾਂ ਕਿਸੇ ਨੇ ਗੱਲਬਾਤ ਕਰਕੇ ਖਤਮ ਹੋਣੇ ਚਾਹੀਦੇ। ਜੇ ਨਹੀਂ ਖਤਮ ਹੋਏ, ਸਮਝ ਲਓ ਕਿ ਗੁਰੂ ਘਰ ਆਪਣਾ ਆਉਣਾ ਸਫਲ ਨਹੀਂ ਹੋਇਆ। ਜਾਂ ਤਾਂ ਹੁਕਮਨਾਮੇ ਦੁਆਰਾ ਸਾਨੂੰ ਉੱਤਰ ਹੋਣਾ ਚਾਹੀਦਾ, ਜਾਂ ਕਿਸੇ ਨੂੰ ਮਿਲ ਕੇ ਜਾਂ ਸੰਗਤ ਦੇ ਵਿੱਚੋਂ ਗੁਰੂ ਸਾਹਿਬ ਸੰਸਾ ਖਤਮ ਕਰਦੇ ਨੇ। ਤੋ ਜਿਹਦੇ ਮਨ ਦੇ ਵਿੱਚ ਸੰਸੇ ਨੇ, ਸਵਾਲ ਹਨ, ਸਮਝ ਲਓ ਵੀ ਉਹਦੀ ਬਿਰਤੀ ਇਕਾਗਰ ਨਹੀਂ, ਜਾਂ ਗੁਰੂ ਘਰ ਉਹਦੀ ਹਾਜ਼ਰੀ ਨਹੀਂ ਪ੍ਰਮਾਣ ਹੋਈ। ਤੋ ਗੁਰੂ ਘਰ ਆਉਂਦਿਆਂ ਸਾਰੀ ਸੰਸਿਆਂ ਤੋਂ ਰਹਿਤ ਮਨ ਹੋਣਾ ਚਾਹੀਦਾ। ਇਹ ਮਹਾਰਾਜ ਦੀ ਕਿਰਪਾ ਦੀ ਨਿਸ਼ਾਨੀ ਹੈ। ਸੋ ਜੇ 'ਤੇ ਕਿਰਪਾ ਹੁੰਦੀ, ਉਹਦਾ ਮਨ ਇਕਾਗਰਤਾ ਦੇ ਸਹਿਤ, ਬਿਨਾਂ ਸਵਾਲਾਂ ਤੋਂ, ਬਿਨਾਂ ਸੰਸਿਆਂ ਤੋਂ, ਬਿਨਾਂ ਭਰਮ ਤੋਂ, ਅਤੇ ਇੱਕ ਮਨ ਇੱਕ ਚਿੱਤ ਹੋ ਕੇ ਤੋ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦਾ। ਸਤਿਗੁਰੂ ਦੀ ਰਹਿਮਤ ਹੋਵੇ ਸਾਡੇ 'ਤੇ, ਮਹਾਰਾਜ ਦੀ ਬਖਸ਼ਿਸ਼ ਕਿਰਪਾ, ਜਿਸ ਨਾਲ ਸਾਦਾ ਚਿੱਤ ਸ਼ਬਦ ਦੇ ਵਿੱਚ, ਨਾਮ ਦੇ ਵਿੱਚ ਜੁੜ ਜਾਏ ਜੀ। ਭੁੱਲਾਂ ਚੁੱਕਾ ਖਿਮਾ ਕਰਨੀਆਂ, ਅੱਗੇ ਦੋ ਸਮਤ ਬਖਸ਼ਣੀ। ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਹੋਇਆ ਮੇਰੀ ਮਾਏ।